सतनाम वाहिगुरु साहिब जीओ। एक ओंकार सतगुर प्रसाद। श्लोक महला नावा। गुण गोबिंद गायो नहीं, जन्म अकारथ कीन। कहो नानक हर भज मना, जेह बिद जल को मीन। गुण गोबिंद गायो नहीं, जन्म अकारथ कीन। कहो नानक हर भज मना, जेह बिद जल को मीन। बिखियन स्यों काहे रचियो, निमख न होहि उदास। कहो नानक हर भज मना, परै न जम की फास। बिखियन स्यों काहे रचियो, निमख न होहि उदास। कहो नानक हर भज मना, परै न जम की फास। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह जी, छतर चवर तख्त दे मालक सतगुरु श्री गुरु ग्रंथ साहिब पातशाह जी दी पावन पवित्र हजूरी अंदर अज सतगुरां ने बख्शिश कीती है, समा बख्शिश कीता है कि धन गुरु तेग बहादुर साहब नौवें पातशाह तिन्हां दे पावन पवित्र मुखारबिंद तो उचारण अमोलक बचन, जो कि श्लोक महला नावां दे सिरलेख हेठ, जिन्हां नूं सिद्धी भाषा विच भोग दे श्लोक कहा जांदा है, और इन्हां श्लोकां दी कुल गिनती 57 है। सतगुरु बख्शिश करन, कृपा करन, आप वरतन इन्हां पावन महान अरशी तजर्बेकार बचनां दी व्याख्या आप ही करवाउण। दो श्लोक एक दिन दी कथा विच विचारन दा यतन करांगे। तकरीबन 1 महीने दा समा ये बनेगा। ये पावन बाणी गुरु ग्रंथ साहिब पातशाह जी दे बिल्कुल अखीरले हिस्से विच 1426 अंग ऊपर शोभायमान है। अज दे इन्हां श्लोकां विच सतगुरु सच्चे पातशाह जिहड़े आप जिन्हां ने अपने जीवन का बहुत वड्डा हिस्सा तकरीबन अद्धे तो ज़्यादा
25-26 ਸਾਲ ਦਾ ਸਮਾਂ ਪ੍ਰਭੂ ਚਿੰਤਨ ਵਿੱਚ ਨਿਰੰਤਰ ਬਿਤਾਇਆ ਹੈ, ਜਿਸ ਸਮੇਂ ਦੌਰਾਨ ਉਹਨਾਂ ਨੇ ਹੋਰ ਕਿਸੇ ਕਾਰਜ ਵੱਲ ਬਹੁਤਾ ਰੁਝਾਨ ਨਹੀਂ ਕੀਤਾ। ਦਿਨ ਰਾਤ ਇੱਕੋ ਨਗਰ ਵਿੱਚ ਬੈਠ ਕੇ ਬਾਬੇ ਬਕਾਲੇ ਦੀ ਧਰਤੀ ਤੇ ਨਿਰੰਤਰ ਇੱਕ ਭੌਰੇ ਵਿੱਚ ਨਿਵਾਸ ਕਰਕੇ ਸਰੀਰਕ ਲੋੜਾਂ ਨੂੰ ਪੂਰਾ ਕਰਦਿਆਂ ਹੋਇਆਂ ਉਹਨਾਂ ਨੇ ਬੰਦਗੀ ਵਿੱਚ, ਭਗਤੀ ਵਿੱਚ, ਸਿਮਰਨ ਵਿੱਚ ਇਹ ਸਮਾਂ ਗੁਜ਼ਾਰਿਆ। ਉਸ ਕਮਾਈ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਤਜਰਬੇ ਹੋਏ, ਉਹਨਾਂ ਨੇ ਆਪਣੇ ਅੰਦਰ ਜੋ ਪ੍ਰਤੀਤ ਕੀਤਾ ਔਰ ਖੁਦ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਗੱਦੀ ਦੇ ਵਾਰਿਸ ਵੀ ਬਣੇ। ਇਹਨਾਂ ਸਾਰੇ ਹੀ ਸ਼ਲੋਕਾਂ ਵਿੱਚ ਸਾਡੇ ਆਮ ਮਨੁੱਖਾਂ ਦੇ ਭਲੇ ਵਾਸਤੇ, ਜਿਵੇਂ ਕਿ ਸਾਡਾ ਜੀਵਨ ਬਾਝਮੁਖੀ ਹੈ, ਸੰਸਾਰ ਦੇ ਪਦਾਰਥਾਂ ਵਿੱਚ ਫਸਿਆ ਰਹਿੰਦਾ ਹੈ, ਸਤਿਗੁਰੂ ਨੇ ਇਹਨਾਂ ਸ਼ਲੋਕਾਂ ਵਿੱਚ ਦੋਵਾਂ ਮਨੁੱਖਾਂ ਦੀ ਵਿਆਖਿਆ ਕੀਤੀ ਹੈ। ਜਿਹੜੇ ਜੁੜੇ ਉਹਨਾਂ ਦੀ ਗੱਲ ਵੀ ਆਉਂਦੀ ਹੈ, ਤੇ ਜਿਹੜੇ ਇਸ ਸੰਸਾਰ ਦੇ ਭਵਜਲ ਵਿੱਚ ਫਸ ਚੁੱਕੇ ਨੇ ਉਹਨਾਂ ਦੀ ਗੱਲ ਇਹਨਾਂ ਸ਼ਲੋਕਾਂ ਵਿੱਚ ਬਹੁਤੀ ਕੀਤੀ। ਫਿਰ ਉਹਦੇ ਕਾਰਨ ਦੱਸੇ ਕਿ ਮਨੁੱਖ ਇਸ ਧਰਤੀ ਤੇ ਆ ਕੇ ਆਪਣੇ ਰਚਨਹਾਰ ਬਣਾਉਣ ਵਾਲੇ ਕਰਤੇ ਨੂੰ ਕਿਉਂ ਭੁੱਲਦਾ, ਇਹਦਾ ਕੀ ਕਾਰਨ ਹੈ। ਸੁਚੇਤ ਕੀਤਾ, ਚੇਤਾਵਨੀ ਦਿੱਤੀ, ਰਸਤਾ ਦੱਸਿਆ, ਸਮਾਂ ਚੇਤੇ ਕਰਾਇਆ, ਸਰੀਰ ਦੀਆਂ ਅਵਸਥਾਵਾਂ ਦੀ ਗੱਲ ਕੀਤੀ ਗਈ ਤੇ ਵਕਤ ਦਾ ਇੱਕ ਇੱਕ ਪਲ ਕੀਮਤੀ ਹੈ, ਇਹਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ। ਨਾਲ ਸਮਝਾਇਆ ਕਿ ਇਹ ਨਿਰੰਤਰ ਸਮਾਂ ਬੀਤਦਾ ਜਾ ਰਿਹਾ ਹੈ। ਸਤਿਗੁਰੂ ਨੇ ਇਹਨਾਂ ਦੋ ਸ਼ਲੋਕਾਂ ਨੂੰ ਆਪਾਂ ਸਮਝੀਏ। ਹਜ਼ੂਰ ਨੇ ਪਹਿਲਾ ਬਚਨ ਕੀਤਾ ਹੈ ਕਿ ਜੇ ਤੂੰ ਇੱਥੇ ਜੀਵਨ ਦੌਰਾਨ ਪਰਮਾਤਮਾ ਦੇ ਗੁਣ ਨਾ ਗਾਏ, ਉਸ ਦੀ ਬੰਦਗੀ ਨਾ ਕੀਤੀ, ਉਸ ਦੀ ਭਗਤੀ ਨਾ ਕੀਤੀ, ਤਾਂ ਤੇਰੀ ਝੋਲੀ ਵਿੱਚ ਅਖੀਰ ਨੂੰ ਪਛਤਾਵਾ ਪਏਗਾ, ਕਿਉਂਕਿ ਸਾਰਾ ਜੀਵਨ ਜੋ ਤੂੰ ਕਰਦਾ ਰਿਹਾ ਨਾਮ ਤੋਂ ਬਿਨਾਂ, ਅਖੀਰ ਨੂੰ ਉਹਨੇ ਤੇਰੇ ਹੱਥਾਂ ਵਿੱਚ ਹੀ ਮਿੱਟੀ ਹੋ ਜਾਣਾ ਹੈ, ਉਹਦਾ ਕੋਈ ਮੁੱਲ ਨਹੀਂ ਪੈਣਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਫਿਰ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੇ, ਪਰਮਾਤਮਾ ਦਾ ਭਜਨ ਕਰ, ਹੇ ਮੇਰੇ ਮਨ, ਉਸ ਵਾਹਿਗੁਰੂ ਦਾ ਸਿਮਰਨ ਕਰ। ਤੇ ਪੁੱਛਿਆ, ਮਹਾਰਾਜ ਕਿਵੇਂ ਕਰੀਏ? ਜਵਾਬ ਦਿੱਤਾ, ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ, ਸਾਰਾ ਜੀਵਨ ਉਹਦਾ ਪਾਣੀ ਵਿੱਚ ਗੁਜ਼ਰਦਾ ਹੈ, ਪਰ ਗਿਆਨ ਨਾ ਹੋਣ ਕਰਕੇ ਉਸ ਪਾਣੀ ਨੂੰ ਸਾਰੀ ਉਮਰ ਜਾਣਦੀ ਨਹੀਂ। ਤੂੰ ਜਦੋਂ ਸਿਮਰਨ ਕਰੇਗਾ ਪਰਮਾਤਮਾ ਦੇ ਵਿੱਚ ਹੀ ਤੂੰ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿ ਰਹੀ ਹੈ। ਉਦਾਹਰਨ ਬੜਾ ਪਿਆਰਾ ਹੈ। ਕਹੋ ਨਾਨਕ ਹਰ ਭਜ ਮਨਾ, ਜਿਹ ਵਿਦ ਜਲ ਕੋ ਮੀਨ। ਮੀਨ ਦੇ ਅਰਥ ਮੱਛ ਵੀ ਨੇ, ਮੱਛੀ ਇੱਕੋ ਹੀ ਅਰਥ ਬਣਦੇ ਨੇ। ਕਹਿੰਦੇ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ, ਉਸ ਤਰ੍ਹਾਂ ਪਰਮਾਤਮਾ ਦਾ ਭਜਨ ਕਰਨ। ਹੁਣ ਇਹਦੇ ਕਈ ਤਰੀਕੇ ਨੇ। ਆਮ ਤੌਰ ਤੇ ਬਹੁਤੀ ਵਾਰੀ ਤੇ ਗੁਰਬਾਣੀ ਵਿੱਚ ਪ੍ਰੇਮ ਦੀ ਦਸ਼ਾ ਵਿੱਚ ਆ ਕੇ ਜਦੋਂ ਕੋਈ ਗੁਰਮੁਖ ਆਉਂਦਾ ਹੈ ਤੇ ਇੱਕ ਪਲ ਵਾਸਤੇ ਵੀ ਉਹਦੇ ਮਨ ਵਿੱਚੋਂ ਨਾਮ ਪਾਸੇ ਹੋਵੇ ਤੇ ਉਹ ਮੱਛੀ ਵਾਂਗੂ ਤੜਫਦਾ ਹੈ, ਉਹਦੇ ਵਾਸਤੇ ਵੀ ਉਦਾਹਰਨ ਦਿੱਤੀ ਹੈ। ਕਈ ਥਾਵਾਂ ਤੇ ਉਦਾਹਰਨਾਂ ਆਈਆਂ, ਪਰ ਇਹਦੇ ਵਿੱਚ ਹੋਰ ਵੀ ਕਈ ਇਸ਼ਾਰੇ ਕਰ ਰਹੇ ਨੇ। ਕਹਿੰਦੇ ਨੇ ਮੱਛੀ ਪਾਣੀ ਦੇ ਵਿੱਚ ਹੀ ਰਹਿੰਦੀ ਹੈ, ਕਦੀ ਬਾਹਰ ਤੇ ਨਿਕਲਦੀ ਨਹੀਂ। ਸਾਰਾ ਜੀਵਨ ਉਹਦਾ ਜਨਮ ਵੀ ਪਾਣੀ ਵਿੱਚ ਹੋਇਆ, ਉਹਦੀ ਉਮਰ, ਉਹਦਾ ਸਰੀਰ ਵੀ ਪਾਣੀ ਵਿੱਚ ਹੀ ਵੱਧਦਾ ਹੈ, ਤੇ ਉਹਦਾ ਅਖੀਰਲਾ ਸਮਾਂ ਵੀ ਪਾਣੀ ਵਿੱਚ ਹੀ ਆ ਜਾਂਦਾ ਹੈ, ਬਾਹਰ ਤੇ ਨਿਕਲਦੀ ਨਹੀਂ। ਹਾਂ, ਜੇ ਕੋਈ ਸ਼ਿਕਾਰੀ ਉਹਨੂੰ ਫੜ ਕੇ ਲੈ ਜਾਏ ਤੇ ਫਿਰ ਉਹ ਪਾਣੀ ਤੋਂ ਵੱਖ ਹੋਣ ਤੋਂ ਬਾਅਦ ਉਹਨੂੰ ਮਾਰਨਾ ਨਹੀਂ ਪੈਂਦਾ, ਉਹ ਬਾਹਰ ਕੱਢਦੇ ਨੇ ਮੱਛੀ ਫੜਨ ਵਾਲੇ ਤੇ ਉਹ ਤੜਫ ਤੜਫ ਕੇ ਉੱਥੇ ਮਰ ਜਾਂਦੀ ਹੈ।
ਕਹਿਣ ਲੱਗੇ ਇਸੇ ਤਰ੍ਹਾਂ ਮਨੁੱਖ ਪਰਮਾਤਮਾ ਦੇ ਵਿੱਚ ਹੀ ਤਾਂ ਜਨਮ ਲੈਂਦਾ ਹੈ, ਉਹ ਕਿਹੜਾ ਦੂਰ ਹੈ, ਉਹਦੇ 'ਚ ਕੋਈ ਦੂਰੀ ਨਹੀਂ। ਇਹ ਉਦਾਹਰਨ ਤਾਂ ਦਿੱਤੀ ਕਿ ਤੂੰ ਉਹਦੇ ਵਿੱਚ ਹੀ ਹੈ। ਜਿਵੇਂ ਕਿ ਮੱਛੀ ਪਾਣੀ ਦੇ ਵਿੱਚ ਰਹਿ ਰਹੀ ਹੈ, ਤੂੰ ਉਸੇ ਤਰ੍ਹਾਂ ਪਰਮਾਤਮਾ ਦੇ ਬਿਲਕੁਲ ਵਿੱਚ ਰਹਿ ਰਿਹਾ ਹੈ, ਪਰ ਤੈਨੂੰ ਉਹਦੀ ਸਮਝ ਨਹੀਂ। ਸਮਝ ਇਸ ਤਰ੍ਹਾਂ ਸਮਝਾਇਆ ਵੀ ਨਹੀਂ ਆਉਂਦੀ, ਇਸ ਤਰ੍ਹਾਂ ਕਹਿਣ ਦੇ ਨਾਲ ਸਮਝ ਨਹੀਂ ਆਉਂਦੀ। ਉਹਦੇ ਵਾਸਤੇ ਸਿਮਰਨ ਦੀ, ਨਾਮ ਦੀ ਜ਼ਰੂਰਤ ਪੈਂਦੀ ਹੈ। ਨਾਮ ਦੁਆਰਾ ਜਦੋਂ ਮਨੁੱਖ ਆਪਣੇ ਅੰਤਰ ਆਤਮੇ ਵਿੱਚ ਜੁੜਦਾ ਹੈ ਤੇ ਉਹ ਪ੍ਰਤੀਤ ਕਰਦਾ ਹੈ ਕਿ ਜਿਸ ਨੂੰ ਲੋਕ ਬਾਹਰੋਂ ਖੋਜਦੇ ਨੇ, ਬਾਹਰੋਂ ਲੱਭਦੇ ਨੇ, ਮੈਂ ਤਾਂ ਸਾਰਾ ਜੀਵਨ ਉਹਦੇ ਵਿੱਚ ਹੀ ਰਹਿ ਰਿਹਾ ਸੀ, ਉਹ ਬਿਲਕੁਲ ਕੋਲ ਸੀ। ਕੋਲ ਹੋਣ ਦੇ ਬਾਵਜੂਦ ਮੈਂ ਨਾ ਪ੍ਰਤੀਤੀ ਕਰਨ ਕਰਕੇ ਉਹਦੇ ਤੋਂ ਆਪਣੇ ਆਪ ਨੂੰ ਵੱਖਰਾ ਮਹਿਸੂਸ ਕਰਦਾ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਜਿਵੇਂ ਕਿ ਮੈਂ ਬੇਨਤੀ ਕਰ ਰਿਹਾ ਸੀ ਕਿ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੋਈ ਉਹਨੂੰ ਜਾਣਦੀ ਨਹੀਂ, ਇਸੇ ਤਰ੍ਹਾਂ ਮਨੁੱਖ ਪਰਮਾਤਮਾ ਤੋਂ ਵੱਖਰਾ ਨਹੀਂ ਹੈ, ਉਹਦੇ ਵਿੱਚ ਹੀ ਰਹਿੰਦਾ ਹੈ, ਪਰ ਸਿਰਫ ਅੱਖ ਨਾ ਖੁੱਲਣ ਕਰਕੇ, ਹੋਸ਼ ਨਾ ਆਉਣ ਕਰਕੇ ਉਹਦੇ ਕੋਲ ਹੋਣ ਦੇ ਬਾਵਜੂਦ ਉਹਨੂੰ ਦਿਸਦਾ ਨਹੀਂ ਹੈ। ਇਹ ਦਸ਼ਾ ਬਾਣੀ ਵਿੱਚ ਕਹੀ ਗਈ ਹੈ, ਕਿਉਂਕਿ ਜਿੰਨਾ ਚਿਰ ਸਾਡਾ ਮਨ ਜਿਹੜੀ ਚੀਜ਼ ਦੇ ਪ੍ਰਤੀ ਨਾ ਜਾਗੇ, ਉਹ ਕੋਲ ਵੀ ਪਈ ਰਵੇ। ਸਤਿਗੁਰੂ ਨੇ ਉਦਾਹਰਨ ਦਿੱਤੀ ਹੈ, ਤੇ ਉਦਾਹਰਨ ਦੇ ਤੌਰ ਤੇ ਆਪਾਂ ਵੇਖੀਏ, ਇੱਕ ਬੰਦੇ ਦਾ ਘਰ ਬਿਲਕੁਲ ਗਰੀਬੀ ਦੇ ਵਿੱਚ ਕੱਚਾ ਹੈ, ਗਰੀਬੀ ਦਰਿਦਰ ਉਹਦੇ ਜੀਵਨ ਵਿੱਚ ਭਰਮਾਰ ਹੈ, ਪਾਟੇ ਕੱਪੜੇ ਨੇ, ਘਰ ਕੱਚਾ ਹੈ, ਦਿਹਾੜੀ ਕਰਦਾ ਹੈ ਤੇ ਰੋਟੀ ਮਿਲਦੀ ਏ, ਕਈ ਵਾਰੀ ਦਿਹਾੜੀ ਨਹੀਂ ਮਿਲਦੀ ਤੇ ਭੁੱਖਾ ਸੌਂਦਾ ਹੈ, ਬੱਚਿਆਂ ਨੂੰ ਪਾਲਣ ਜੋਗਾ ਚੰਗਾ ਪ੍ਰਬੰਧ ਨਹੀਂ, ਗਰੀਬੀ ਵਿੱਚ ਪਛਤਾਈ ਜਾਂਦਾ ਹੈ। ਇਹ ਦਸ਼ਾ ਹੈ ਸਾਡੀ, ਗਰੀਬੀ ਵਿੱਚ ਪਛਤਾਈ ਜਾਂਦਾ ਹੈ ਤੇ ਉੱਥੇ ਕੋਈ ਉਹਦੇ ਕੋਲੋਂ ਗਿਆਨਵਾਨ ਪੁਰਸ਼ ਲੰਘਿਆ, ਉਹਨੇ ਉਹਦੀ ਦਰਿਦਰਤਾ ਵੱਲ ਵੇਖਿਆ, ਜਿਹਦੀ ਅੱਖ ਪਾਰਖੂ ਸੀ। ਉਹਨੇ ਕਿਹਾ, ਕਿਉਂ ਸਾਰੀ ਉਮਰ ਤੂੰ ਗਰੀਬੀ ਗੁਜ਼ਾਰ ਰਿਹਾ? ਉਹਨੇ ਕਿਹਾ, ਹੋਰ ਗਰੀਬੀ ਵਿੱਚ ਨਾ ਰਵਾਂ ਤੇ ਹੋਰ ਕਰਾਂ ਕੀ? ਗਰੀਬੀ ਮੇਰੇ ਪੱਲੇ ਪੈ ਗਈ, ਮੇਰੀ ਕਿਸਮਤ, ਮੇਰੇ ਭਾਗ। ਉਹਨੇ ਕਿਹਾ, ਭਾਗ ਤੇਰੇ ਮਾੜੇ ਨਹੀਂ, ਪਰ ਤੈਨੂੰ ਪਤਾ ਨਹੀਂ, ਤੂੰ ਜਿਸ ਥਾਂ ਤੇ ਕੱਚੇ ਘਰ ਵਿੱਚ ਕਈ ਸਾਲਾਂ ਤੋਂ ਗਰੀਬੀ ਹੰਢਾ ਰਿਹਾ ਹੈ, ਇਸ ਘਰ ਦੀ ਇੱਕ ਕੋਣ ਦੇ ਵਿੱਚ ਮਾਇਆ ਦਾ ਅੰਬਾਰ ਹੈ। ਤੂੰ ਇਹਨੂੰ ਪੁੱਟ ਕੇ ਵੇਖ, 4 ਫੁੱਟ ਥੱਲਿਓਂ ਮਾਇਆ ਨਿਕਲੇਗੀ, ਉਹਦੇ ਨਾਲ ਸਾਰੀ ਗਰੀਬੀ ਦੂਰ ਹੋ ਜਾਏਗੀ। ਉਹਨੇ ਉਸ ਮਿੱਟੀ ਨੂੰ ਪੱਟਿਆ 2 ਫੁੱਟ, 2 ਫੁੱਟ ਮਿੱਟੀ ਪੁੱਟੀ ਤੇ ਥੱਲਿਓਂ ਸੋਨਾ ਨਿਕਲਿਆ, ਹੀਰੇ ਨਿਕਲੇ, ਮਾਇਆ ਨਿਕਲੀ। ਉਹਨੇ ਮਹਿਲ ਪਾ ਲਿਆ, ਦਰਿਦਰਤਾ ਗਰੀਬੀ ਦੂਰ ਹੋ ਗਈ। ਪਰ ਜਿੰਨਾ ਚਿਰ ਉਹਨੇ ਉਸ ਥਾਂ ਨੂੰ ਜਾਣਿਆ ਨਹੀਂ, ਵੇਖਿਆ ਨਹੀਂ, ਪੁੱਟਿਆ ਨਹੀਂ, ਉਹਨਾਂ ਚਿਰ ਗਰੀਬੀ ਵਿੱਚ ਵਿਚਰਦਾ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਇਸੇ ਬਚਨ ਵੱਲ ਇਸ਼ਾਰਾ ਕਰ ਰਹੇ ਨੇ ਵੀ ਮੱਛੀ ਪਾਣੀ ਦੇ ਵਿੱਚ ਰਹਿੰਦੀ ਏ। ਚਲੋ ਉਹ ਤੇ ਸਿਰਫ ਉਦਾਹਰਨ ਹੈ ਵੀ ਉਹ ਪਾਣੀ ਦੇ ਵਿੱਚ ਜਿਉਂਦੀ ਜਾਣਦੀ ਨਹੀਂ। ਇਸੇ ਤਰ੍ਹਾਂ ਮਨੁੱਖ ਸਦਾ ਹੀ ਪਰਮਾਤਮਾ ਦੇ ਵਿੱਚ ਰਹਿੰਦਾ ਹੈ, ਸਿਰਫ ਇਹਦੀ ਅੱਖ ਨਾ ਖੁੱਲਣ ਕਰਕੇ ਉਹਦੇ ਕੋਲ ਹੁੰਦਿਆਂ ਵੀ ਸਾਰੀ ਉਮਰ ਦੁਖੀ ਰਹਿੰਦਾ ਹੈ। ਉਹ ਖਜ਼ਾਨਾ ਇਹਦੇ ਕੋਲ ਬਿਲਕੁਲ ਵੱਖਰਾ ਨਹੀਂ ਹੈ। ਸਤਿਗੁਰੂ ਨੇ ਕਈ ਉਦਾਹਰਨਾਂ ਦਿੱਤੀਆਂ ਨੇ ਕਿ ਇਸ ਜੀਵਨ ਨੂੰ ਖੋਦ ਕੇ ਵੇਖ, ਅੰਦਰੋਂ ਪੱਟ ਕੇ ਵੇਖ ਇਹਨੂੰ। ਸਾਹਿਬ ਦੇ ਇੱਕ ਥਾਂ ਤੇ ਬਚਨ ਆਉਂਦੇ ਨੇ ਕਿ ਇਹ ਸਰੀਰ ਸਭ ਧਰਮ ਹੈ। ਅਸੀਂ ਧਰਮ ਦੀ ਖੋਜ ਕਰਨੇ ਆ। ਹਰ ਇੱਕ, ਖਾਸ ਕਰਕੇ ਇਸ ਪੂਰਬ ਦੇ ਦੇਸ਼ਾਂ ਦੇ ਵਿੱਚ, ਇਸ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਪਰਮਾਤਮਾ ਦੀ ਖੋਜ ਦੀ ਗੱਲ ਚੱਲਦੀ। ਕੀਰਤਨ ਵਾਲੇ ਕੀਰਤਨ ਕਰਦੇ ਨੇ, ਕਥਾ ਵਾਲੇ ਕਥਾ ਵਿੱਚ ਰੱਬ ਦੀ ਗੱਲ ਚੱਲਦੀ ਏ, ਪਾਠ ਪੜ੍ਹੇ ਜਾਂਦੇ ਨੇ, ਵੇਦ ਗਾਏ ਪੜ੍ਹੇ ਜਾਂਦੇ ਨੇ, ਸਿਮਰਤੀਆਂ ਨੇ, ਉਪਨਿਸ਼ਦ ਨੇ, ਰਿਸ਼ੀਆਂ ਦੀ ਕੋਈ ਕਮੀ ਨਹੀਂ। ਕਿੰਨਾ ਕੁਝ ਇਸ ਦੇਸ਼ ਦੇ ਵਿੱਚ, ਇੱਥੋਂ ਤੱਕ ਵੀ ਇਸ ਦੇਸ਼ ਦੇ ਅੰਦਰ ਬੰਦੇ ਨੇ ਪਰਮਾਤਮਾ ਦੀਆਂ ਮੂਰਤੀਆਂ ਵੀ ਬਣਾ ਲਈਆਂ ਆਪਣੇ ਵੱਲੋਂ। ਰੱਬ ਦਾ ਗਾਉਣਾ ਵਜਾਉਣਾ ਬਹੁਤ ਚੱਲਦਾ ਹੈ, ਪਰ ਸਤਿਗੁਰੂ ਨੇ ਕਿਹਾ ਜਿਸ ਰੱਬ ਦੀ ਤੂੰ ਗੱਲ ਕਰਨਾ ਪਿਆ, ਤੈਨੂੰ ਪਤਾ ਉਹ ਰਹਿੰਦਾ ਕਿੱਥੇ ਹੈ, ਜਿਹਦਾ ਐਡਰੈਸ ਹੀ ਪਤਾ ਨਹੀਂ।
जिस चीज का सही ठिकाना ही मालूम नहीं है ਉਹਦੀ खोज किवें कर सकांगे। गुरु तो बिना ਉਹਦਾ ठिकाना पता नहीं लगेगा। जिस दे थां ठिकाने की समझ नहीं ਉਹਦੀ खोज व्यर्थ चली जाएगी। थक जाएगा आदमी, टुट जाएगा। जिथे है उथों ही कोई लभेगा ते प्राप्ति है। जे गलत थावां तो लभना शुरू कर दिता ते ਉਹ थक भी जाएगा, ਉਹਨੂੰ मिलेगा भी कुछ नहीं। सतगुरु ने अकाल पुरख वाहिगुरु दे रहण दी थां दसी है। गुरु तेग बहादुर साहब सच्चे पातशाह जी का भी शब्द मैं साझा करांगा। ਉਹਦੇ ਤੋਂ ਪਹਿਲਾਂ मैं जिहड़ी उदाहरण दिती सी कि उस बंदे दे घर दे थल्ले माया सी, ਉਹਨੇ खोद के कई नाल कढ के अमीर हो गया। इसे तरह सच्चे पातशाह जी कहंदे धर्मी मनुख तू परमात्मा की खोज कर रहा है, उन्हें बाहरों कित्यों नहीं मिलना। तू अपने आपे नूं फोल के वेख, अपने अल ध्यान कर। साहब ने बचन कीते ने यह शरीर सब धर्म है। शरीर ही ते धर्म है, शरीर ही ते गुरुद्वारा है, शरीर ही मंदिर है, शरीर ही मस्जिद है। ये तो सिर्फ सानू सतपुरुषां ने गुरु साहिबां ने सिर्फ एक थां बना के दसी कि इस थां ते आके तू अभ्यास कर, इस थां ते आके तू वेख कि अपने अंदरों किवें खोजना है। जाच सिखण वाली थां जां इउं कहीए कि जिवें कोई मनुख समुंदर दा तारू बनना चाहुंदा है, समुंदर दे विच तरना चाहुंदा है ते समुंदर बड़ा डूंगा है। वड्डियां वड्डियां छल्लां ने, जे पहले दिन उहदे विच चला गया ते घबरा जाएगा, जे उहनूं तरन दी ते जाच है नहीं। फिर उहदे वास्ते एक सिखलाई केंद्र बनदा है। उस सिखलाई केंद्र दे अंदर एक छोटे जिहे तलाब दे अंदर जिहड़ा तरना सिखाउंदे ने लोग, उन्हां दे कोल जाना पएगा। पहला उन्हां नूं उस्ताद धारण करेगा, वो फिर दसणगे जदों तरीदा इस तरह बाहां फैलाई दियां ने, इस तरह तरीदा। जदों उस छोटे सरोवर दे अंदर तरन दी इन्हें जाच सिख लई, पूरी तरह निपुण हो गया, ते फिर एक दिन उन्होंने छड्ड दिंदे ने, जा हुण भावें किन्ने डूंगे समुंदर विच छाल मार दे, हुण तैनूं डुੱਬਣ दा कोई खतरा नहीं है। गुरुद्वारे ते तां दिते सन, मंदिर ते तां दिते सन, मस्जिद ते तां दिती सी कि ये एक छोटा जिहा समुंदर बनाया है। वड्डा समुंदर ते बंदे दा शरीर है, जिन्हों गुरु साहब ने भवजल किया है। साध संगत, सारे संसार नूं तुर के बंदा पार कर सकता है, कोई औखा नहीं। हुण ते साधन भी बड़े ने, जिन्ना मर्जी तुसी सारी धरती ते सारे देश सारे शहर उन्हां दे पिंडां तक एक एक नूं पार कर सकता है आदमी तुर के शरीर दे नाल। पर आ जिहड़ा 5-6 फुट दा शरीर है ना, इस नूं पार नहीं किया जा सकता। यह है भवजल। ਇਹਦੇ ਤੋਂ ਪਾਰ ਲੰਘਣ ਦੀ ਗੱਲ ਹੀ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਨੇ। ਸਾਰੇ ਸ਼ਲੋਕ ਇਹ ਇਸ਼ਾਰਾ ਕਰਦੇ ਨੇ ਕਿ ਦੇਹ ਤੈਨੂੰ ਮਿਲਿਆ ਹੈ, ਸਰੀਰ ਤੈਨੂੰ ਮਿਲਿਆ ਹੈ, ਇਹ ਤੇ ਸਮੁੰਦਰ ਸੀ, ਸਿਰਫ ਸਮੁੰਦਰ ਦੇ ਵਿੱਚ ਤੂੰ ਫਸ ਗਿਆ। ਇਹਦੇ ਤੋਂ ਨਿਕਲੇਗਾ ਕਿਵੇਂ? ਇਹਦੇ ਵਿੱਚ ਛੱਲਾਂ ਨੇ, ਇਹਦੇ ਵਿੱਚ ਚਿੱਕੜ ਹੈ, ਇਹਦੇ ਵਿੱਚ ਫਿਰ ਘੁੰਮਣ ਘੇਰੀਆਂ ਨੇ ਜਿਨ੍ਹਾਂ ਵਿੱਚ ਬੰਦਾ ਫਸ ਕੇ ਡੁੱਬ ਜਾਂਦਾ ਹੈ। इस शरीर दे विचों तरन दी जाच दसी, ये वड्डा भवजल है। पहला गुरु कोल आके सिखिया ते फिर ये भी कहा कि जिस परमात्मा नूं एक धर्मी बंदा खोज करदा है, वो परमात्मा ना किसी होर थां ते जंगल विच, ना पश्चिम विच, ना पूरब विच, वो किते भी नहीं। वो ते इसे ही शरीर दे विच किसी कोने विच अपना डेरा ला के बैठा है, इत्थे ते उहदा निवास है। इसलिए शरीर की खोज है धर्म, बाहर दी नहीं है। पर यह त्रासदी है कि सारे धर्म सहजे सहजे समा पा के, जिथों झरना निकलता है उत्थे पानी बड़ा साफ हुंदा है, बड़ा निर्मल, वेख के मन टिकदा है। वो जिहड़ा झरना है ज्यों-ज्यों पर्वत तो थल्ले आउंदा जांदा है, ज्यों-ज्यों नदियां बनदियां जांदियां ने, ज्यों-ज्यों लोग उहदे विच इशनान करदे ने, ते फिर उन्हां नदियां दा नियम टुट जांदा है, उहदे विच गंदगी पाउण लग पैंदे ने,
ਇੱਕ ਦਿਨ ਐਸਾ ਸਮਾਂ ਆ ਜਾਂਦਾ ਕਿ ਉਸ ਨਦੀ ਵੱਲੋਂ ਵੇਖ ਕੇ ਘ੍ਰਿਣਾ ਆਉਂਦੀ ਹੈ ਵੀ ਹੈ ਤੇ ਨਦੀ ਧੋਣ ਵਾਸਤੇ ਸੀ, ਹੈ ਤੇ ਨਦੀ ਸੀ ਇਸ਼ਨਾਨ ਕਰਨ ਵਾਸਤੇ, ਪਵਿੱਤਰ ਕਰੇਗੀ, ਪਰ ਇਹ ਤੇ ਆਪ ਗੰਦ ਨਾਲ ਭਰੀ ਗਈ ਹੈ। ਇਹਦੇ ਵਿੱਚ ਤੇ ਕੂੜਾ ਕਬਾੜ ਸੱਟ ਦਿੱਤਾ ਸ਼ਹਿਰ ਦੇ ਲੋਕਾਂ ਨੇ, ਹੁਣ ਨਹਾਉਣ ਜੋਗੀ ਨਹੀਂ ਰਹੀ, ਇਸ਼ਨਾਨ ਕਰਨ ਜੋਗੀ ਨਹੀਂ ਹੈ। ਤਾਂ ਉਸ ਵੇਲੇ ਕੀ ਹੁੰਦਾ ਹੈ, ਜਦੋਂ ਸ਼ੁਰੂਆਤ ਹੁੰਦੀ ਹੈ, ਜਿੱਥੋਂ ਧਰਮ ਆਰੰਭ ਹੁੰਦਾ ਹੈ ਉਹ ਪਵਿੱਤਰ ਹੁੰਦਾ ਹੈ ਬਹੁਤ ਜ਼ਿਆਦਾ। ਜਿੱਥੋਂ ਕਿਸੇ ਜੁੜੇ ਹੋਏ ਸਰੀਰ ਦੇ ਵਿੱਚੋਂ ਗਿਆਨ ਬਾਹਰ ਆਉਂਦਾ ਹੈ ਉਹ ਬੜਾ ਨਿਰਮਲ ਹੁੰਦਾ ਹੈ। ਪਰ ਸਾਧ ਸੰਗਤ ਜਿਹੜੇ ਉਹਦੇ ਆਲੇ ਦੁਆਲੇ ਦੇ ਲੋਕ ਹੁੰਦੇ ਨੇ, ਜਦੋਂ ਪਰਤ ਕੇ ਉਹਦੀ ਵਿਆਖਿਆ ਕਰਨ ਲੱਗ ਪੈਂਦੇ ਨੇ, ਉਹਦੇ ਵਿੱਚ ਆਪਣੇ ਵਿਚਾਰਾਂ ਦਾ ਕੂੜਾ ਪਾ ਦਿੰਦੇ ਨੇ, ਆਪਣੇ ਵਿਚਾਰ ਉਹਦੇ ਵਿੱਚ ਫਸ ਜਾਂਦੇ ਨੇ। ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਇੱਕ ਇੰਨਾ ਵੱਡਾ ਉਪਰਾਲਾ ਕੀਤਾ ਹੈ ਕਿ ਝਰਨਾ ਗੁਰਬਾਣੀ ਦਾ ਜਿਵੇਂ ਦਾ ਨਿਕਲਿਆ ਉਵੇਂ ਦਾ ਹੀ ਰਹੇ, ਉਹਦਾ ਮੁੱਢ ਮੂਲ ਕਾਇਮ ਰਵੇ, ਉਹਦੇ ਵਿੱਚ ਕੋਈ ਆਪਣੇ ਵਿਚਾਰਾਂ ਦਾ ਕੂੜਾ ਨਾ ਰਲਾ ਸਕੇ। ਭਾਵੇਂ ਕਿ ਅਸੀਂ ਯਤਨ ਕਰਨੇ ਆ, ਪਰ ਸਾਧਨ ਇਸ ਤਰ੍ਹਾਂ ਦਾ ਬਣ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਬੱਧਾ ਹੈ ਸੱਚੇ ਪਾਤਸ਼ਾਹ ਜੀ ਨੇ, ਉਹ ਤਾਂ ਹੀ ਬਣਾਇਆ, ਨਹੀਂ ਤੇ ਹੋਰ ਧਰਮ ਗ੍ਰੰਥ ਲਿਖੇ ਗਏ ਨੇ, ਅਵਤਾਰਾਂ ਨੇ ਉਚਾਰੇ ਨੇ, ਤੇ ਕਈ ਸੌ ਸਾਲ ਬਾਅਦ ਉਹਨਾਂ ਦੇ ਚੇਲਿਆਂ ਨੇ ਸੀਨਾ ਬਸੀਨਾ ਸੁਣੇ ਤੇ ਬਾਅਦ ਵਿੱਚ ਉਹਨਾਂ ਲਿਖੇ ਨੇ। ਉਹਦੇ ਵਿੱਚ ਕਈ ਕੁਝ ਰਲ ਗਿਆ ਹੈ, ਕਈ ਕੁਝ ਪਾ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਜਿਉਂ ਹੀ ਬਾਣੀ ਆਉਂਦੀ ਏ, ਜਿਵੇਂ ਕਿ ਭਾਈ ਮਰਦਾਨੇ ਨੂੰ ਕਹਿੰਦੇ ਰਬਾਬ ਵਜਾ ਬਾਣੀ ਆਈਏ, ਉਹਨਾਂ ਨੂੰ ਪਤਾ ਜੇ 4 ਦਿਨ ਇਹ ਸ਼ਬਦ ਲਿਖਣ ਤੋਂ ਬਿਨਾਂ ਰਹਿ ਗਏ ਤੇ ਇਹਨਾਂ ਸ਼ਬਦਾਂ ਦੇ ਵਿੱਚ ਹੋਰ ਸ਼ਬਦ ਵੜ ਜਾਣਗੇ, ਇਹਨਾਂ ਵਿਚਾਰਾਂ ਵਿੱਚ ਹੋਰ ਵਿਚਾਰ ਵੜ ਜਾਣਗੇ, ਉਸੇ ਵੇਲੇ ਲਿਖਦੇ ਨੇ। ਇਸ ਲਈ ਬਚਨ ਵੀ ਕੀਤਾ ਹੈ ਕਿ ਲਿਖੇ ਬਾਝੋਂ ਸੁਰਤ ਨਾ ਹੀ ਬੋਲ ਬੋਲ ਗਵਾਈ ਹੈ। ਜਿੰਨਾ ਚਿਰ ਕਿਸੇ ਚੀਜ਼ ਨੂੰ ਪਕੜਿਆ ਨਾ ਜਾਏ, ਲਿਖਿਆ ਨਾ ਜਾਏ, ਤਰਤੀਬ ਨਾ ਦਿੱਤੀ ਜਾਏ, ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਸ਼ਬਦ ਬੋਲ ਜਾਂਦਾ ਹੈ। ਆਦਮੀ ਨੂੰ ਤੇ 1 ਘੰਟੇ ਬਾਅਦ ਨਹੀਂ ਪਤਾ ਲੱਗਦਾ ਮੈਂ ਬੋਲਿਆ ਕੀ ਸੀ ਉਹਨੇ, ਲਿਖਣ ਤੋਂ ਬਿਨਾਂ ਨਹੀਂ। ਇਸ ਕਰਕੇ ਉਸ ਵਿਸ਼ੇ ਵੱਲ ਤੁਰੀਏ ਕਿ ਧਰਮ ਦਾ ਮੁੱਢ ਕੀ ਸੀ, ਕਿੱਧਰ ਨੂੰ ਇਸ਼ਾਰਾ ਕੀਤਾ ਸੱਚੇ ਪਾਤਸ਼ਾਹ ਨੇ। ਉਹਨਾਂ ਨੇ ਕਿਹਾ ਤੂੰ ਦੁਖੀ ਹੈ ਸਰੀਰ ਦੇ ਹੁੰਦਿਆਂ, ਤੇਰੇ ਜੀਵਨ ਵਿੱਚ ਦੁੱਖ ਹੈ। ਔਰ ਇਹ ਬੜਾ ਵੱਡਾ ਸਵਾਲ ਹੈ ਬੰਦੇ ਦੇ ਜੀਵਨ ਦਾ, ਦੁੱਖ ਹੀ ਸਭ ਤੋਂ ਵੱਡਾ ਸਵਾਲ ਹੈ ਬੰਦੇ ਦੇ ਜੀਵਨ ਦਾ। ਜਾਂ ਤੇ ਉਹ ਦੁਖੀ ਹੈ, ਜਾਂ ਤੇ ਇਸ ਵਕਤ ਦੁਖੀ ਕਿਸੇ ਕਾਰਨ, ਜਾਂ ਉਹਦੇ ਅੰਦਰ ਇਹ ਡਰ ਹੈ ਕਿ ਇਹ ਮੇਰੇ ਨਾਲ ਦਾ ਦੁਖੀ ਉਹਨੂੰ ਵੇਖ ਕੇ ਸੋਚ ਰਿਹਾ ਹੈ ਇਹ ਦੁੱਖ ਮੇਰੇ ਤੇ ਆ ਸਕਦਾ ਹੈ, ਕਿਉਂਕਿ ਦੋਵੇਂ ਸਰੀਰ ਧਾਰੀ ਨੇ। ਇਸ ਕਰਕੇ ਦੁੱਖ ਦਾ ਕਾਰਨ ਲੱਭਿਆ ਗਿਆ ਬਾਣੀ ਵਿੱਚ। ਕਿਉਂ ਹੈ, ਕੀ ਕਾਰਨ ਹੈ ਦੁੱਖ, ਕਿੱਥੋਂ ਪੈਦਾ ਹੁੰਦਾ, ਕਿਉਂ ਹੈ ਬੰਦਾ ਕੰਗਾਲ ਇਸ ਸਰੀਰ ਦੇ ਵਿੱਚ, ਧਰਮੀ ਵੀ ਅਧਰਮੀ ਵੀ, ਗਰੀਬ ਵੀ ਅਮੀਰ ਵੀ, ਜਿਹਦੇ ਕੋਲ ਕੁਝ ਹੈ ਉਹ ਵੀ, ਜਿਹਦੇ ਕੋਲ ਨਹੀਂ ਉਹ ਵੀ ਉਸੇ ਤਰ੍ਹਾਂ ਦਾ ਹੈ। ਥੋੜੇ ਦਿਨਾਂ ਤੋਂ ਬਾਅਦ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ। 4 ਕੁ ਦਿਨ ਇੱਕ ਪਦਾਰਥ ਆਉਂਦਾ ਹੈ, ਬੰਦਾ ਉਹਨੂੰ ਵੇਖ ਕੇ ਖੁਸ਼ੀ ਵਿੱਚ ਜਾਂਦਾ ਹੈ ਵੀ ਪਹਿਲਾਂ ਸਾਈਕਲ ਤੇ ਸੀ, ਮੋਟਰਸਾਈਕਲ ਲਈ, ਮਹੀਨਾ ਕੁ ਉਹਨੂੰ ਕੱਪੜਾ ਮਾਰਦਾ, ਫੁੱਲ ਬੂਟੇ ਲਾਉਂਦਾ, ਹੁਣ ਸੁਖੀ ਹੋ ਗਿਆ, ਸਾਧਨ ਬਣਿਆ ਸੀ। ਪਰ ਉਹ ਕੀ ਪਾਏਗਾ, ਮਹੀਨੇ ਬਾਅਦ ਦੇਖੇਗਾ ਉਸ ਸੁਖ ਦੀ ਮੌਤ ਹੋ ਗਈ। ਉਹ ਮੋਟਰਸਾਈਕਲ ਸਾਈਕਲ ਬਣ ਗਿਆ, ਸਾਈਕਲ ਤੋਂ ਵੀ ਅੱਗੇ ਉਹ ਚਲਾ ਗਿਆ, ਕਿਉਂਕਿ ਉਹਦੀਆਂ ਲੋੜਾਂ ਵੱਧ ਗਈਆਂ, ਉਹਨੇ ਚਿੰਤਾ ਵਧਾ ਦਿੱਤੀ। ਫਿਰ ਉਪਰਾਲਾ ਕਰਦਾ, ਫਿਰ ਭੱਜਦਾ, ਦੌੜਦਾ, ਲੱਭ ਕਿਹਨੂੰ ਰਿਹਾ ਹੈ, ਲੱਭ ਰਿਹਾ ਹੈ ਅੰਦਰ ਦੇ ਸਕੂਨ ਨੂੰ ਕਿ ਮਨ ਤ੍ਰਿਪਤ ਹੋ ਜਾਏ। ਬੰਦਾ ਤ੍ਰਿਪਤੀ ਦੀ ਖੋਜ ਵਿੱਚ ਹੈ, ਬੰਦਾ ਸੰਕਟਾਂ ਨੂੰ ਮੁਕਾਉਣਾ ਚਾਹੁੰਦਾ ਹੈ, ਤ੍ਰਿਪਤੀ ਲੱਭਣੀ ਚਾਹੁੰਦਾ ਹੈ। ਫਿਰ ਉਹ ਮੋਟਰਸਾਈਕਲ ਤੋਂ ਗੱਡੀ ਤੱਕ ਚਲਾ ਜਾਂਦਾ ਹੈ ਤੇ 4 ਕੁ ਦਿਨ ਉਹਦੇ ਉੱਤੇ ਗੋਟੇ ਲਾਉਂਦਾ, 4 ਕੁ ਦਿਨ ਫੁੱਲ ਉਹਦੇ ਦੁਆਲੇ ਚੱਕਰ ਕੱਟਦਾ ਹੈ, ਆਪਣੇ ਸ਼ਹਿਰ ਵਿੱਚ ਵਿਖਾਉਂਦਾ ਵੀ ਮੈਂ ਲਈ ਮਨ ਨੂੰ ਥੋੜਾ ਜਿਹਾ ਸਕੂਨ ਮਿਲਦਾ ਹੈ। ਥੋੜੇ ਦਿਨਾਂ ਬਾਅਦ ਉਸ ਸੁੱਖ ਦੀ ਵੀ ਮੌਤ ਹੋ ਗਈ, ਉਹ ਵੀ ਉਸੇ ਤਰ੍ਹਾਂ ਹੀ ਲੱਗਣ ਲੱਗ ਪੈਂਦੀ ਹੈ। ਪਰ ਅਜੇ ਵੀ ਇਹਨੂੰ ਸਮਝ ਨਹੀਂ ਆਉਂਦੀ, ਉੱਤੇ ਅੱਗੇ ਤੁਰ ਪੈਂਦਾ ਹੈ। ਧਿਆਨ ਦਿਓ, ਵਿਕਾਸ ਮਾੜਾ ਨਹੀਂ, ਵਿਕਾਸ ਚੰਗੀ ਚੀਜ਼ ਹੈ,
पर विकास संतोखी करे तो विकास अगे वधना, धन वधाउणा, साधन वधाउणे ਉਹਦਾ नुकसान नहीं करते। पर सारी जिंदगी की एनर्जी, सारी जिंदगी की ताकत इस चीज़ के उत्ते ला देनी कि मैं ये साधन इकट्ठे करके तृप्ति हासिल कर लवांगा। ये बंदे की ना समझी, मूर्खता नूं तोड़न वास्ते गुरु तेग बहादुर साहब समझा रहे हैं। अज तक कोई नहीं कर सकिया, अज तक ये नाल तृप्ति नहीं। ये भी ख्याल रखना, गुरु साहब सिख नूं इत्थे नहीं कह रहे भी तू आलसी होके बैठ जा, तू विकास ना कर, तू अगे ना वध। सिर्फ एक ज्ञान, एक दीवा उहदे मन विच बालना चाहते ने कि उसनूं समझ आ जाए कि संसार दा पदार्थ उत्थे तृप्ति नहीं है, उत्थे परमात्मा नहीं है, उत्थे सुख नहीं है। प्रालबद दे अनुसार मिल जाए तो माड़ा नहीं है। वो किहड़ी दात है जिहड़ी सुख देगी? सतगुरु ने उस चीज़ का नाम लिया है। सच्चे पातशाह जी का शब्द है, तिचर मूल ना थुड़ी दो, जिचर आप किरपाल। थोड़ी दो का अर्थ है थोड़ आ जानी, किसी चीज़ का मुक जाना, किसी चीज़ का घट जाना, उन्होंने कहते थुड़ गई है। कहन लगे तेनू वो चीज़ दसा, वो दात तेनू दसा जिहड़ी थुड़दी नहीं है, जिहड़ी घटदी नहीं, और जिहदे घटन का खतरा भी कोई नहीं पैदा हुंदा। वो किहड़ी चीज़ है? साहब कहंदे ने शब्द अखुट बाबा नानका, खाए खर्च धन माल। आप भी खा लै, खर्च भी कर लै। एक ऐसा धन है शब्द जिहड़ा कदी निखुटदा नहीं। शब्द अखुट, अखुट का मतलब है जो खोटा ना हो। कई चीज़ां ऐसियां ने चमकदियां बहुत, पर खोटियां होने का बड़ा डर है। शब्द कदी अखुट खोटा नहीं हुंदा, कदी जाली नहीं हुंदा। शब्द निरंतर ही हर एक थां ते हर एक अवस्था विच काम करन वाली एक ऐसी दशा है जो खोटा नहीं हुंदा। सतगुरु गुरु तेग बहादुर साहब पातशाह जी का एक शब्द मैं अगे करांगा, जिहड़ा विशा लै रहा उन्होंने पहला पूरा करन दा यतन करा। हजूर कह रहे ने किधरों खोज रहे हैं सुख नूं। गुरु तेग बहादुर साहब जी कहंदे कित्थों लभ रहे हैं? तू धर्मी हो के भी उन्होंने बाहरों खोजना। तो मैं गल कर रहा सी जदों धर्म की शुरुआत हुंदी है, वो निर्मल झरने वर्गा हुंदा है, समा पा के उहदे विच कूड़ा सिट दिता जाता है। हर एक धर्म ज्यों ज्यों दी उम्र वधदी है, उहदी भीड़ वधदी जांदी है, ते ज्यों ज्यों दी भीड़ वधदी जांदी है त्यों त्यों उहदे विच बदलाव भी आउंदे ने। उहदे विच अपणियां चीज़ां विच ठोकियां जांदियां ने। बंदा अपनी उहदे विच होंद बनाउणा चाहुंदा, मिटना नहीं चाहुंदा। जे ते अपने आप नूं मिटाए फिर तो काम देगा धर्म। पर आदमी चाहुंदा है उस धर्म नूं आधार बना के अपने आप नूं कायम करे, उच्चा करे। उस दशा दे अंदर सच्चे पातशाह जी कह रहे ने, इस राह दे विच तू कदी ना तुरी। गुरु तेग बहादुर साहब कहंदे तेरा जन्म अकारथ हो जाएगा, बेकार चला जाएगा। मैं गल कर रहा सी, सतगुरु कहंदे ओ गरीब आदमी जिहदा घर कच्चा सी, उन्हें अपने घर नूं खोदिया, विचों धन लभ गया। इसे तरह धर्मी बंदा सारी उम्र कंगाल रहेगा जिन्ना चिर उन्हें अपने शरीर विचों धर्म की खोज ना की। साहब दा बचन है, यह शरीर सब धर्म है। शरीर ही ते धर्म है। शरीर तो ते धर्म की शुरुआत हुंदी है। पहला आपां बाहरों तुरीए, साडे शरीर दे 3 हिस्से ने। 3 हिस्सियां विच साडा शरीर है, और इनू कहंदे ने शरीर दी सिੱਖੀ, मन दी सिੱਖੀ ते बचना दी सिੱਖੀ। ये 3 शब्द भी आए ने, मनसा बाचा कर्मना। ये 3 चीज़ां ने, मन दी सिੱਖੀ, शरीर दी सिੱਖੀ, और इहदे नाल है कर्म दी सिੱਖੀ। पहला
ਗੁਰਸਿੱਖੀ ਦੀ ਸ਼ੁਰੂਆਤ ਹੋਵੇਗੀ ਬੰਦੇ ਦੇ ਸਰੀਰ ਦੇ ਬਾਹਰਲੇ ਪਾਸਿਓਂ। ਕਰਮਾਂ ਤੋਂ ਸਿੱਖੀ ਸ਼ੁਰੂ ਹੋਵੇਗੀ। ਅਸੀਂ ਇਹਨਾਂ ਮਾਸ ਦੇ ਹੱਥਾਂ ਨਾਲ ਕੰਮ ਕੀ ਪੈ ਕਰਨੇ ਆ ਸੰਸਾਰ ਵਿੱਚ, ਸਵੇਰ ਤੋਂ ਸ਼ਾਮ ਤੱਕ। ਤੇ ਸਤਿਗੁਰੂ ਨੇ ਇਹ ਯਤਨ ਕੀਤਾ ਵੀ ਕਿਤੇ ਹੱਥਾਂ ਨਾਲ ਗਲਤ ਨਾ ਕਰੇ। ਚਲੋ ਸਮਝਾਇਆ ਵੀ ਬੜਾ ਹੈ, ਸਮਝਾਉਣ ਨਾਲ ਨਾ ਮੰਨੇ ਜਾਂ ਚੇਤਾ ਭੁੱਲ ਜਾਏ, ਹੱਥ ਵਿੱਚ ਕੜਾ ਦੇ ਦਿੱਤਾ ਕਿ ਆਦਮੀ ਜਦੋਂ ਵੀ ਕਿਸੇ ਕੰਮ ਨੂੰ ਹੱਥ ਪਾਵੇਗਾ, ਸੱਜਾ ਹੱਥ ਪਾਏਗਾ, ਇਹਦਾ ਕੜਾ ਇਹਦੇ ਹੱਥ ਦੇ ਉੱਤੇ ਆ ਕੇ ਵੱਜੇਗਾ, ਇਹਦਾ ਕੜਾ ਸਾਹਮਣੇ ਆ ਜਾਏਗਾ। ਪਰ ਇਹ ਉਸ ਬੰਦੇ ਵਾਸਤੇ ਹੈ ਜਿਹੜਾ ਗੁਰੂ ਦੀ ਗੱਲ ਨੂੰ ਯਾਦ ਕਰਨ ਲਈ ਤਿਆਰ ਹੈ। ਜਿਹੜਾ ਮੁਨਕਰ ਹੋਣ ਵਾਲਾ ਬੰਦਾ ਹੈ ਉਹਦੇ ਵਾਸਤੇ ਇਹ ਕੜਾ ਵੀ ਕੁਝ ਨਹੀਂ ਹੈ। ਆਦਮੀ ਪ੍ਰਬੰਧ ਕਰ ਲੈਂਦਾ ਹੈ, ਉਸ ਨੂੰ ਆਪਣੇ ਬਾਂਹ ਦਾ ਬਾਜੂ ਦਾ ਬਟਨ ਖੋਲ ਕੇ ਕੜੇ ਨੂੰ ਥੱਲੇ ਵੀ ਕਰ ਲੈਂਦਾ ਹੈ ਵੀ ਉਹ ਦਿਸੇਗਾ ਨਾ, ਨਾ ਦਿਸੇ, ਨਾ ਗੁਰੂ ਦੀ ਯਾਦ ਆਏ, ਨਾ ਪਤਾ ਲੱਗੇ। ਕਿਸੇ ਦੀ ਜੇਬ ਕੱਟਣੀ ਹੈ, ਰਿਸ਼ਵਤ ਲੈਣੀ ਹੈ, ਕੜਾ ਥੱਲੇ ਕਰ ਲਿਆ। ਜਦੋਂ ਪੰਥਕ ਸਭਾ ਵਿੱਚ ਆਉਣਾ, ਕੜਾ ਉੱਤੇ ਕਰ ਲਿਆ। ਇਹ ਤੇ ਪ੍ਰਬੰਧ ਹੈ ਨਾ ਆਦਮੀ ਦਾ। ਜਦੋਂ ਲੋੜ ਪਈ ਵਿਵਸਥਾ ਹੈ ਬੰਦੇ ਦੇ ਕੋਲ, ਉਹ ਧਰਮ ਨੂੰ ਇੱਕ ਪਾਸੇ ਕਰ ਲੈਂਦਾ ਲੋੜ ਵਾਸਤੇ। ਜਿਸ ਵੇਲੇ दारू ਪੀਣੀ ਉਦੋਂ ਕੜਾ ਪਾਸੇ ਕਰ ਲਿਆ, ਜਦੋਂ ਧਰਮੀ ਆਪਣੇ ਆਪ ਨੂੰ ਕਹਿਣਾ ਉਸ ਵੇਲੇ ਕੜਾ ਉੱਤੇ ਕਰ ਲਿਆ। ਇਹ ਬੰਦੇ ਦੀ ਨੀਅਤ ਤੇ ਖੜਾ ਹੈ। ਜੇ ਉਹ ਸੁਣਨਾ ਚਾਹੁੰਦਾ ਤੇ ਉਹਨੂੰ ਪਤਾ ਲੱਗੇਗਾ। ਇਸ ਕਰਕੇ ਸਰੀਰ ਤੋਂ ਪਹਿਲਾਂ ਕਹਿੰਦੇ ਇਹ ਸਰੀਰ ਸਭ ਧਰਮ ਹੈ। ਸਰੀਰ ਦੇ ਬਾਹਰਲੇ ਪਾਸੇ ਪਹਿਲਾਂ ਧਰਮ ਲਿਆ, ਤੇਰੇ ਕਰਮ ਸ਼ੁਭ ਹੋਣ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖਮਣੀ ਸਾਹਿਬ ਵਿੱਚ ਦੱਸਿਆ, ਕਹਿੰਦੇ ਪੈਰਾਂ ਦੀ ਵਰਤੋਂ ਕਰ, ਕਾਹਦੇ ਵਾਸਤੇ? ਚਰਨ ਚਲੋ ਮਾਰਗ ਗੋਬਿੰਦ। ਆਪਣੇ ਪੈਰ ਉਧਰ ਨੂੰ ਤੋਰ ਜਿੱਧਰ ਤੈਨੂੰ ਗੁਰੂ ਨੇ ਕਿਹਾ। ਗੁਰੂ ਵੱਲ ਤੁਰ, ਉਸ ਮਾਰਗ ਤੇ ਤੁਰ, ਉਸ ਕੰਮ ਵੱਲ ਤੁਰ। ਔਰ ਜਿੰਨਾ ਚਿਰ ਬੰਦੇ ਦੀ ਕਿਰਤ ਸ਼ੁੱਧ ਨਹੀਂ, ਉਹਨਾਂ ਚਿਰ ਨਾਮ ਉਹਦੇ ਅੰਦਰ ਕਿਵੇਂ ਟਿਕ ਜਾਏਗਾ? ਕਿਰਤ ਉਹਦੀ ਠੀਕ ਨਹੀਂ ਹੈ। ਹੁਣ ਤੇ ਮੈਂ ਇਸ ਤਰ੍ਹਾਂ ਦੇ ਵੀ ਕੁਝ ਲੋਕ ਸੁਣੇ ਨੇ, ਉਹ ਕਹਿੰਦੇ ਨੇ ਭਾਵੇਂ ਤੁਸੀਂ ਸ਼ਰਾਬ ਦੇ ਠੇਕੇ ਖੋਲ ਕੇ ਸ਼ਰਾਬ ਵੰਡੋ, ਝਟਕਈ ਬਣ ਜਾਓ, ਤੁਸੀਂ ਜੋ ਮਰਜ਼ੀ ਕਰੋ, ਕਿ ਪੈਲਸ ਖੋਲ ਲਵੋ, ਧੰਦਾ ਜਿਹੜਾ ਮਰਜ਼ੀ ਕਰੋ, ਕਹਿੰਦੇ 10ਵਾਂ ਹਿੱਸਾ ਕੱਢ ਦਿਓ, ਸਾਰੀ ਕਿਰਤ ਕਹਿੰਦੇ ਪਵਿੱਤਰ ਹੋ ਜਾਂਦੀ ਹੈ। ਇਹ ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਗੁਰੂ ਸਾਹਿਬ ਨੇ ਇਜਾਜ਼ਤ ਦਿੱਤੀ ਹੈ ਵੀ ਤੂੰ ਸਾਰਾ ਦਿਨ ਰਿਸ਼ਵਤ ਲੈ ਤੇ ਸ਼ਾਮ ਨੂੰ ਜਿਹੜਾ 10,000 ਨਜਾਇਜ਼ ਇਕੱਠਾ ਕੀਤਾ ਹੈ, ਇਹ ਨਹੀਂ ਵੀ ਗੁਰੂ ਸਾਹਿਬ ਕੋਈ ਵਪਾਰ ਰੋਕ ਰਹੇ ਨੇ, ਖਿਆਲ ਰੱਖਣਾ। ਅਸੀਂ ਕਹਿੰਦੇ ਹਾਂ ਸ਼ਾਇਦ ਵਪਾਰ ਮਾੜਾ ਹੈ, ਵਪਾਰ ਗਲਤ ਨਹੀਂ ਹੈ, ਦੁਕਾਨ ਗਲਤ ਨਹੀਂ ਹੈ, ਦੁਕਾਨ ਨਹੀਂ ਗਲਤ। ਆ ਇੱਕ ਦਾ ਸਿੱਖ ਦਾ ਜ਼ਿਕਰ ਹੁੰਦਾ ਹੈ ਨਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਕੋਲ ਇੱਕ ਗੁਰਸਿੱਖ ਆਇਆ ਤੇ ਜਦੋਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਪੜ੍ਹੀ ਗਈ ਨਾ, ਬ੍ਰਹਮ ਗਿਆਨੀ ਕੌਣ ਹੈ, ਤੇ ਕੁਦਰਤੀ ਤੌਰ ਤੇ ਜਦੋਂ ਬੰਦਾ ਸੁਣਦਾ ਹੈ ਤੇ ਜਦੋਂ ਸਮਾਂ ਹੁੰਦਾ ਹੈ, ਹੁਣ ਸਾਨੂੰ ਵੀ ਲੱਗਦਾ ਵੀ ਕੋਈ ਬ੍ਰਹਮ ਗਿਆਨੀ ਨਹੀਂ ਹੋਵੇਗਾ। ਉਹ ਪੁੱਛਦਾ ਮਹਾਰਾਜ ਆ ਜੋ ਕੁਝ ਵਿੱਚ ਲਿਖਿਆ ਵੀ ਬ੍ਰਹਮ ਗਿਆਨੀ ਹੈ, ਸੰਤ ਹੈ, ਗੁਰਮੁਖ ਹੈ, ਇਹ ਕਿਤੇ ਹੁੰਦਾ ਵੀ ਹੈ ਜਾਂ ਸਿਰਫ ਇੱਥੇ ਲਿਖਿਆ ਹੀ ਹੋਇਆ ਹੈ? ਸੱਚੇ ਪਾਤਸ਼ਾਹ ਨੇ ਇੱਕ ਸਿੱਖ ਦਾ ਪਤਾ ਦਿੱਤਾ, ਪਿੰਡ ਦੱਸਿਆ, ਕਹਿਣ ਲੱਗੇ ਚਲਾ ਜਾ, ਉੱਥੇ ਤੈਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਹੋਣਗੇ। ਇਹ ਸਿੱਖ ਤੁਰ ਪਿਆ ਉਸ ਪਿੰਡ ਵੱਲ, ਤੁਰਿਆ ਤੇ ਪਤਾ ਕੀਤਾ, ਨਾਂ ਪੁੱਛਿਆ ਪਿੰਡ ਦੇ ਬਾਹਰਲੇ ਪਾਸੇ। ਉਹਨੇ ਕਿਹਾ ਉਹ ਤੇ ਫਲਾਣੇ ਦੀ ਦੁਕਾਨ ਹੈ, ਉਹਦੀ ਤੇ ਦੁਕਾਨ ਤੇ ਹੋਵੇਗਾ, ਦੁਕਾਨ ਤੇ ਹੋਵੇਗਾ, ਦੁਕਾਨ ਤੇ ਹੋਵੇਗਾ, ਦੁਕਾਨ ਤੇ। ਦੱਸਿਆ ਕੁਝ ਚੀਜ਼ਾਂ ਬੱਜਰ ਨੇ ਉਹਨਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਸਤਿਗੁਰੂ ਨੇ। ਬੱਜਰ ਦਾ ਅਰਥ ਹੈ ਜਿਨ੍ਹਾਂ ਦਾ ਕਰਨਾ ਹੀ ਮਨੁੱਖ ਨੂੰ ਡੇਗ ਸਕਦਾ ਹੈ, ਉਹਨਾਂ ਨੂੰ ਬੰਦ ਕਰ ਦਿੱਤਾ। ਬੱਜਰ ਕੁਰੈ ਤੇ ਪਾਪ ਹੈ। ਦੂਜਿਆਂ ਨੂੰ ਕਿਹਾ ਤੂੰ ਇਹਨਾਂ ਨੂੰ ਇਸ ਢੰਗ ਨਾਲ ਕਰ। ਜਦੋਂ ਦੁਕਾਨ ਤੇ ਗਿਆ, ਉਸ ਸਿੱਖ ਨੇ ਆਏ ਹੋਏ ਗ੍ਰਾਹਕ ਨੂੰ ਸੌਦਾ ਦਿੱਤਾ ਤੇ ਉਹ ਸੌਦਾ ਆਪਾਂ ਮੰਨ ਕੇ ਕਹਿ ਲਈ ਇਤਿਹਾਸ ਹੈ ਵੀ ਉਹ ਸੌਦਾ ਸੀ 10 ਟਕਿਆਂ ਦਾ, 10 ਰੁਪਈਆਂ ਦਾ, ਤੇ ਸਿੱਖ ਨੇ ਮੁਨਾਫਾ ਮੰਗਿਆ 1 ਰੁਪਈਆ। ਉਹਨੇ ਕਿਹਾ ਮੇਰਾ ਮੁਨਾਫਾ ਮੈਂ 11 ਲੈਣੇ ਨੇ। ਤੇ ਆਮ ਤੌਰ ਤੇ ਜਿਵੇਂ ਦਾ ਰਿਵਾਜ ਚੱਲ ਪੈਂਦਾ ਸਮਾਜ ਦੇ ਵਿੱਚ,
ਉਹਨੇ ਕਿਹਾ ਵੀ ਮੈਂ 11 ਨਹੀਂ ਮੈਂ 10 ਦੇਣੇ ਨੇ। ਇਹਦੇ ਤੋਂ ਝਗੜਾ ਹੋ ਰਿਹਾ ਸੀ, ਇਹਦੇ ਤੋਂ ਬਹਿਸ ਹੋ ਰਹੀ ਸੀ। ਜਦੋਂ ਬਾਹਰੋਂ ਗਿਆ ਨਾ ਸਿੱਖ ਵੀ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਭੇਜਿਆ ਗੁਰੂ ਅਰਜਨ ਦੇਵ ਜੀ ਨੇ, ਉੱਥੇ ਝਗੜਾ ਚੱਲਦਾ ਤੇ ਉਹ 1-2 ਮਿੰਟ ਨਹੀਂ 15 ਮਿੰਟ ਹੁੰਦਾ ਰਿਹਾ। ਗਾਹਕ ਕਹਿੰਦਾ ਮੈਂ 10 ਦੇਣੇ, ਉਹਨੇ ਕਿਹਾ ਮੈਂ 11 ਹੀ ਲੈਣੇ ਨੇ ਪੂਰੇ, ਇਸ ਤੋਂ ਘੱਟ ਨਹੀਂ। ਇਸ ਝਗੜੇ ਦੇ ਚੱਲਦਿਆਂ ਉਹ ਜਿਹੜਾ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਗਿਆ ਸੀ ਨਾ, ਉਹਦੇ ਮਨ ਵਿੱਚ ਆਇਆ ਵੀ ਗੁਰੂ ਅਰਜਨ ਦੇਵ ਜੀ ਨੇ ਚੰਗੇ ਬ੍ਰਹਮ ਗਿਆਨੀ ਕੋਲ ਭੇਜਿਆ, ਇਹ ਤੇ 1 ਰੁਪਈਏ ਪਿੱਛੇ 15 ਮਿੰਟ ਹੋ ਗਏ ਨੇ। ਉਹਦੇ ਤੇ ਬਹਿਸ ਹੋ ਰਹੀ ਹੈ। ਖੈਰ ਉਹ ਗ੍ਰਾਹਕ ਜਦੋਂ ਚਲਾ ਗਿਆ, ਉਸ ਦੁਕਾਨ ਵਾਲੇ ਨੇ ਗੁਰਸਿੱਖ ਦਾ ਸਤਿਕਾਰ ਕੀਤਾ, ਉੱਚੇ ਥਾਂ ਤੇ ਬਿਠਾਇਆ, ਉਹਦੇ ਨਮਸਕਾਰ ਕੀਤੀ ਗੁਰੂ ਕਾ ਸਿੱਖ ਜਾਣ ਕੇ, ਤੇ ਰਾਤ ਪਈ ਤੇ ਦੁਕਾਨ ਬੰਦ ਕੀਤੀ, ਘਰ ਚਲੇ ਗਏ। ਜਦੋਂ ਘਰ ਗਏ ਤੇ ਜਿਹੜਾ ਸਿੱਖ ਦਰਸ਼ਨ ਕਰਨ ਗਿਆ ਸੀ ਨਾ, ਉਹ ਮੰਜੇ ਤੇ ਬੈਠਾ ਹੈ, ਤੇ ਉਹ ਜਿਹੜਾ ਦੁਕਾਨਦਾਰ ਸੀ ਨਾ, ਉਹ ਬ੍ਰਹਮ ਵਿੱਚ ਲੀਨ ਹੋ ਚੁੱਕਾ ਸੀ, ਅੰਤਰਜਾਮੀ ਸੀ। ਉਹਨੂੰ ਪਤਾ ਸੀ, ਇਹਦੇ ਮਨ ਵਿੱਚ ਸ਼ੰਕਾ ਆ ਗਿਆ ਵੀ ਇਹ ਵੀ ਸਿੱਖ ਹੋ ਸਕਦਾ ਬ੍ਰਹਮ ਗਿਆਨੀ ਭਗਤ, ਜਿਹੜਾ ਇੰਨੀ ਬਹਿਸ ਕਰਦਾ 1 ਰੁਪਈਏ ਪਿੱਛੇ। ਉਹਨੇ ਇਸ ਸ਼ੰਕੇ ਨੂੰ ਤੋੜਨ ਵਾਸਤੇ ਉਹਦੇ ਘਰ ਵਿੱਚ ਜਦੋਂ ਪ੍ਰਸ਼ਾਦਾ ਛਕਾਉਣਾ ਸੀ ਨਾ, ਤੇ ਉਹ ਦੇਸੀ ਘਿਓ ਥੋੜਾ ਜਿਹਾ ਗਰਮ ਕਰਕੇ ਨਿੱਘਾ ਕਰਕੇ ਲੈ ਕੇ ਆਇਆ। ਕਹਿੰਦੇ ਲਓ ਹੱਥ ਧੋਵੋ, ਪ੍ਰਸ਼ਾਦਾ ਛਕੋ। ਉਹ ਸਿੱਖ ਹੈਰਾਨ, ਕਹਿੰਦੇ ਪਾਣੀ ਲਿਆਓ। ਕਹਿੰਦੇ ਨਹੀਂ, ਮੈਂ ਘਿਓ ਨਾਲ ਤੁਹਾਡੇ ਹੱਥ ਧੋਣੇ ਨੇ। ਘਿਓ ਨਾਲ ਧੋਆਏ, ਘਿਓ ਵੀ ਥੱਲੇ ਖਿਲਰ ਗਿਆ ਜ਼ਮੀਨ ਤੇ। ਪ੍ਰਸ਼ਾਦਾ ਛਕਾਇਆ। ਬਾਅਦ ਵਿੱਚ ਉਹ ਸਿੱਖ ਪੁੱਛਦਾ ਹੈ, ਉੱਥੇ ਤੂੰ 1 ਰੁਪਈਏ ਵਾਸਤੇ ਇੰਨਾ ਝਗੜਿਆ, ਇੱਥੇ ਤੂੰ ਕਈ ਰੁਪਈਆਂ ਦਾ ਘਿਓ ਡੋਲ ਦਿੱਤਾ ਹੈ, ਕੀ ਕਾਰਨ ਨੇ? ਤੇ ਉਸ ਦੁਕਾਨਦਾਰ ਜਿਹੜਾ ਗੁਰਮੁਖ ਸੀ, ਉਹਨੇ ਜਵਾਬ ਦਿੱਤਾ, ਕਹਿੰਦੇ ਉਹ 1 ਰੁਪਈਆ ਮੇਰੇ ਵਪਾਰ ਦੇ ਨਿਯਮ ਦੇ ਅਨੁਸਾਰ ਮੇਰਾ ਸੀ, ਮੈਂ ਤਾਂ ਉਹਦੇ ਉੱਤੇ ਬਹਿਸ ਕੀਤੀ, ਉਹ ਮੇਰਾ ਸੀ ਨਾ, ਮੈਂ ਉਸ ਤੋਂ ਵੱਧ ਮੰਗਿਆ, ਉਹਦੇ ਤੋਂ ਰੋਕਿਆ ਨਹੀਂ, ਇਹ ਨਿਯਮ ਹੈ ਮੇਰਾ। ਤੇ ਫਿਰ ਜਿਹੜਾ ਦਰਸ਼ਨ ਕਰਨ ਗਿਆ ਸੀ, ਉਹਦੇ ਕੋਲ ਬੈਠਾ, ਕੋਲ ਬੈਠ ਕੇ ਉਹਨੂੰ ਕਹਿਣ ਲੱਗੇ, ਆ ਹੁਣ ਇਹ ਤੇ ਸਿਰਫ ਬਾਹਰਲਾ ਧਰਮ ਸੀ ਜਿਹੜਾ ਮੈਂ ਉੱਥੇ ਨਿਭਾਇਆ, ਆ ਤੈਨੂੰ ਹੁਣ ਧਰਮ ਦਾ ਦਰਵਾਜ਼ਾ ਤੇ ਸਾਨੂੰ ਲੱਭ ਗਿਆ, ਅੰਦਰ ਵੜ ਕੇ ਵੇਖੀਏ ਧਰਮ ਅੰਦਰ ਕੀ ਹੁੰਦਾ ਹੈ, ਇਹ ਵੀ ਖਿਆਲ ਰੱਖਣਾ। ਇਕੱਲੇ ਇਹਦੇ ਤੇ ਨਾ ਰੁਕ ਜਾਣਾ ਕਿ ਮੈਂ ਸੱਚ ਬੋਲਿਆ ਹੈ, ਇਹ ਦਰਵਾਜ਼ਾ ਹੈ, ਦਰਵਾਜ਼ੇ ਵਿੱਚ ਅਸੀਂ ਆ ਗਏ। ਕਿੰਨਾ ਵੱਡਾ ਗੁਰਦੁਆਰਾ ਸਾਹਿਬ ਹੈ, ਵੱਡੇ ਗੇਟ ਤੋਂ ਅਸੀਂ ਅੰਦਰ ਆ ਗਏ। ਕੀ ਪਤਾ ਰਾਹ ਵਿੱਚ ਘੁੰਮ ਫਿਰ ਕੇ, ਫੁੱਲ ਵੇਖ ਕੇ, ਬਾੜੀਆਂ ਵੇਖ ਕੇ, ਇੱਧਰ ਹੋਰ ਚੀਜ਼ਾਂ ਵੇਖ ਕੇ, ਅਖਬਾਰਾਂ ਪੜ੍ਹ ਕੇ, ਇਸ਼ਤਿਹਾਰ ਪੜ੍ਹ ਕੇ ਵਾਪਸ ਚਲੇ ਗਏ, ਗੁਰੂ ਕੋਲ ਤੇ ਨਹੀਂ ਆਏ ਜੀ। ਗੁਰੂ ਕੋਲ ਆਵਾਂਗੇ ਤੇ ਗੁਰਦੁਆਰੇ ਵਿੱਚ ਤਾਂ ਆਵਾਂਗੇ। ਇਸੇ ਤਰ੍ਹਾਂ ਸੱਚ ਇੱਕ ਸ਼ੁਰੂਆਤ ਹੈ ਧਰਮ ਦੀ, ਸੱਚ ਬੋਲਣਾ, ਆਚਰਨ ਦੇ ਉੱਤੇ ਤੁਰਨਾ, ਕਰੈਕਟਰ ਉੱਚਾ ਕਰਨਾ ਦਰਵਾਜ਼ਾ ਹੈ ਧਰਮ ਦਾ। ਕਈ ਵਾਰੀ ਅਸੀਂ ਦਰਵਾਜ਼ੇ ਵਿੱਚੋਂ ਲੰਘ ਜਾਂਦੇ ਹਾਂ, ਸੱਚ ਤੇ ਬੋਲਣ ਲੱਗ ਪੈਂਦੇ ਹਾਂ, ਨਾਮ ਦੇ ਨੇੜੇ ਨਹੀਂ ਆਉਂਦੇ। ਉਹ ਸਾਧ ਸੰਗਤ ਅਗਲੀ ਦੁਨੀਆ ਜਿਹਦੀ ਵਿਆਖਿਆ ਨਹੀਂ ਹੋ ਸਕਦੀ, ਉੱਥੋਂ ਤੱਕ ਬੰਦਾ ਜਿੰਨਾ ਚਿਰ ਨਹੀਂ ਜਾਂਦਾ। ਜਾਂ ਇਸ ਤਰ੍ਹਾਂ ਕਹੀਏ, ਜਦੋਂ ਕਿਸੇ ਰੁੱਖ ਨੂੰ ਫਲ ਲੱਗਦਾ ਹੈ, ਅੰਬ ਲੱਗਦਾ ਹੈ, ਤੇ ਜਦੋਂ ਅੰਬ ਛੋਟਾ ਜਿਹਾ ਹੁੰਦਾ, ਉਦੋਂ ਕੱਚਾ ਹੁੰਦਾ ਹੈ, ਉਹਨੂੰ ਤੋੜ ਕੇ ਖਾਓ ਤੇ ਕੌੜਾ ਹੋਵੇਗਾ ਬਿਲਕੁਲ। ਸੱਚ ਬੋਲਣਾ ਕੱਚਾ ਫਲ ਹੈ, ਕੱਚਾ ਧਰਮ ਹੈ, ਪੱਕਿਆ ਨਹੀਂ ਅਜੇ। ਕੇਵਲ ਸੱਚ ਬੋਲਣਾ, ਕੇਵਲ ਸਮੇਂ ਤੇ ਉੱਠਣਾ, ਠੀਕ ਖਾਣਾ, ਠੀਕ ਵੇਖਣਾ, ਠੀਕ ਬੋਲਣਾ ਕੱਚੇ ਅੰਬ ਵਰਗਾ ਹੈ। ਜ਼ਰੂਰੀ ਹੈ ਉਹ ਵੀ, ਕਿਉਂਕਿ ਕੱਚਾ ਅੰਬ ਹੋਵੇਗਾ ਤੇ ਤਾਂ ਹੀ ਪੱਕੇਗਾ ਨਾ, ਸਿੱਧਾ ਥੋੜੀ ਪੱਕਾ ਲੱਗਦਾ ਅੰਬ। ਜਦੋਂ ਤੁਸੀਂ ਪੱਕਾ ਅੰਬ ਆਪਾਂ ਵੇਖਦੇ ਹਾਂ, ਪੱਕਾ ਅੰਬ ਹੈ ਤੇ ਉਹਦੀ ਬੈਕ ਦੇਖੋ ਕਿਵੇਂ ਪੱਕਾ ਹੋਇਆ, ਪਹਿਲੇ ਦਿਨ ਥੋੜੀ ਪੱਕ ਗਿਆ ਸੀ ਉਹ। ਅਸੀਂ ਕਹੀਏ ਵੀ ਸਿੱਧਾ ਆਨੰਦ ਸਾਨੂੰ ਮਿਲ ਜਾਏਗਾ, ਸਮਾਧੀ ਲਾਓ, ਕੋਈ ਲੋੜ ਨਹੀਂ ਉੱਠਣ ਸੌਣ ਦਾ ਸਮਾਂ ਭਾਵੇਂ ਜਿਹੜਾ ਮਰਜ਼ੀ ਹੋਵੇ, ਖਾਈਏ ਜੋ ਮਰਜ਼ੀ ਜੀ, ਬਾਅਦ ਵਿੱਚ ਸੱਤ ਕਰਤਾਰ ਤੇ ਬੱਕਰਾ ਪਾਰ, ਜੋ ਮਰਜ਼ੀ ਕਰ ਲਈਏ। ਇਹ ਨਹੀਂ, ਕਦੀ ਕਿਸੇ ਰੁੱਖ ਨੂੰ ਸਿੱਧਾ ਅੰਬ ਨਹੀਂ ਲੱਗਦਾ ਜੋ ਪੱਕਿਆ ਹੋਵੇ ਤੇ ਰਸ ਉਹਦੇ ਵਿੱਚੋਂ ਡਿੱਗਦਾ ਹੋਵੇ।
ਪਹਿਲਾਂ ਕਿਤੇ ਉਹਨੂੰ ਬੂਰ ਲੱਗਾ ਸੀ, ਫਿਰ ਬੂਰ ਦੇ ਛੋਟੇ ਛੋਟੇ ਦਾਣੇ ਬਣੇ, ਫਿਰ ਉਹ ਅੰਬੀ ਬਣੀ ਛੋਟੀ ਜੀ, ਤੇ ਉਹ ਕੱਚੀ ਸੀ, ਕਸੈਲੀ ਸੀ, ਕੌੜੀ ਸੀ। ਇਸ ਕਰਕੇ ਸੱਚ ਕੌੜਾ ਬੜਾ ਹੈ। ਸੱਚ ਬੋਲਣਾ ਵੀ ਕੌੜਾ ਹੈ ਤੇ ਸਾਧ ਸੰਗਤ ਸੱਚ ਸੁਣਨਾ ਵੀ ਕੌੜਾ ਹੈ। ਹਾਂ, ਇਹ ਗੱਲ ਠੀਕ ਹੈ, ਸੱਚ ਦੂਜੇ ਨੂੰ ਸਮਝਾਉਣਾ ਬੜਾ ਸੌਖਾ ਹੈ, ਪਰ ਜੇ ਆਪਾਂ ਗਲਤ ਚੱਲੀਏ ਨਾ, ਸਾਨੂੰ ਕੋਈ ਸੱਚ ਕਹਿਦਾ, ਉਹਨੂੰ ਹਜਮ ਕਰਨਾ ਬਹੁਤ ਔਖਾ ਹੈ। ਤੇ ਜਿਹੜਾ ਬੰਦਾ ਗੁਰੂ ਦੀ ਝਿੜਕ ਨੂੰ, ਸੱਚ ਨੂੰ ਸੁਣ ਕੇ ਪ੍ਰਵਾਨ ਕਰ ਲੈਂਦਾ, ਲੱਗਦਾ ਔਖਾ ਹੈ, ਉਹਦੇ ਸਾਰੀ ਜ਼ਿੰਦਗੀ ਦੇ ਰੋਗ ਕੱਟ ਕੇ ਰੱਖ ਦਿੰਦਾ ਹੈ। ਉਹ ਸੱਚ ਕੌੜਾ ਹੈ, ਉਹਨੂੰ ਸੁਣ ਕੇ ਤਾਂ ਹੀ ਕਬੀਰ ਜੀ ਨੇ ਕਿਹਾ, ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਉਸ ਸਿੱਖ ਨੇ ਜਿਹਦਾ ਦਰਸ਼ਨ ਕਰਨ ਗਿਆ ਸੀ, ਜਦੋਂ ਸਾਰਾ ਕੁਝ ਸਮਝਾ ਦਿੱਤਾ ਬਈ ਸੱਚ ਤੇ ਤੁਰਨਾ ਹੈ, ਤੇ ਉਹ ਜਿਹੜਾ ਦਰਸ਼ਨ ਕਰਨ ਗਿਆ ਸੀ ਸਿੱਖ, ਉਹ ਕਹਿੰਦਾ ਬਸ ਧਰਮ ਹੋ ਗਿਆ ਪੂਰਾ। ਕਹਿੰਦੇ ਨਹੀਂ, ਪੂਰਾ ਨਹੀਂ ਹੋਇਆ, ਅਜੇ ਤੇ ਦਰਵਾਜ਼ੇ ਵਿੱਚੋਂ ਲੰਘਿਆ, ਆ ਬਹਿ ਜਾ ਹੁਣ ਚੌਂਕੜਾ ਮਾਰ ਕੇ, ਤੇ ਅੰਦਰ ਲਾ ਆਪਣੇ ਧਿਆਨ ਸ਼ਬਦ ਵਿੱਚ, ਬੋਲ ਪਿਆਰ ਨਾਲ ਸਤਿਨਾਮ ਵਾਹਿਗੁਰੂ, ਤੇ ਉਹਨੂੰ ਪਿਆਰ ਨਾਲ ਸੁਣ। ਹੁਣ ਇਹਦੇ ਤੋਂ ਅੱਗੇ ਸੱਜਣਾ, ਇਹ ਤੂੰ ਜਾਣਨਾ ਤੇ ਤੇਰਾ ਰੱਬ ਜਾਣਦਾ। ਧਰਮ ਦੀ ਸ਼ੁਰੂਆਤ ਇਹਦੇ ਤੋਂ ਅੱਗੇ ਹੁੰਦੀ ਹੈ। ਉਹ ਪੰਥ ਸੀ, ਉਹ ਲਾਂਘਾ ਸੀ, ਲਾਂਘੇ ਵਿੱਚੋਂ ਤੂੰ ਆ ਗਿਆ। ਇਸ ਕਰਕੇ ਸਰੀਰ ਦਾ ਧਰਮ ਪਹਿਲਾਂ ਸਰੀਰ ਤੋਂ ਧਰਮ ਸ਼ੁਰੂ ਹੋਇਆ। ਇਹਦਾ ਵੇਖਣਾ, ਖਾਣਾ, ਸੁਣਨਾ, ਬੋਲਣਾ ਗੁਰੂ ਤੋਂ ਸਿੱਖਿਆ ਸਿੱਖ ਨੇ ਵੀ ਇਸ ਤਰ੍ਹਾਂ ਕਰੀਦਾ। ਜਦੋਂ ਇਹ ਸੰਪੂਰਨ ਹੋ ਗਿਆ ਤੇ ਆਪਣੇ ਆਪ ਉਹ ਗੁਰੂ ਦਾ ਦਿੱਤਾ ਹੋਇਆ ਗਿਆਨ ਸਿੱਖ ਦੇ ਮਨ ਵਿੱਚ ਚਲਾ ਗਿਆ। ਜਦੋਂ ਮਨ ਵਿੱਚ ਗਿਆ, ਉਹਦਾ ਸਰੂਪ ਬਦਲ ਗਿਆ, ਉਹਦਾ ਰੂਪ ਹੋਰ ਹੋ ਗਿਆ। ਫਿਰ ਉਸ ਧਰਮ ਦਾ ਅਸਰ ਦੋ ਪਾਸੇ ਪੈਂਦਾ ਹੈ। ਸਰੀਰ ਤੋਂ ਧਰਮ ਮਨ ਵਿੱਚ ਜਾਏਗਾ, ਤੇ ਮਨ ਵਿੱਚੋਂ ਧਰਮ ਫਿਰ ਦੋਹਾਂ ਪਾਸੇ ਇੱਕੋ ਦਮ ਡਿੱਗੇਗਾ। ਉਹ ਦੋ ਪਾਸੇ ਨੇ, ਇੱਕ ਬੰਦੇ ਦੇ ਸ਼ਬਦ ਤੇ ਇੱਕ ਮਨੁੱਖ ਦੀ ਆਤਮਾ। ਆਤਮਾ ਵਿੱਚ ਤੇ ਪਹਿਲਾਂ ਹੀ ਧਰਮ ਹੈ। ਉਹਦੇ ਸ਼ਬਦਾਂ ਦੇ ਵਿੱਚ ਉਸ ਧਰਮ ਦੀ ਤਸਵੀਰ ਆਉਣੀ ਸ਼ੁਰੂ ਹੋ ਜਾਏਗੀ, ਉਹਦੀ ਠੰਡੀ ਹਵਾ ਆਉਣੀ ਸ਼ੁਰੂ ਹੋ ਜਾਏਗੀ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਸਰੀਰ ਵਿੱਚੋਂ ਖੋਦਿਆ, ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਸਰੀਰ ਵਿੱਚੋਂ ਲੱਭ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਦੀ ਸਭ ਜੋਤ, ਜਿਸ ਜੋਤ ਨੂੰ ਤੂੰ ਲੱਭ ਰਿਹਾ, ਉਹ ਤੇਰੇ ਵਿੱਚ ਵੀ ਹੈ ਤੇ ਉਹ ਸਾਰਿਆਂ ਦੇ ਵਿੱਚ ਵੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਗੁਰ ਸਾਖੀ ਜੋਤ ਪ੍ਰਗਟ ਹੋਏ। ਤੇ ਜਿੱਦਣ ਇਹ ਜੋਤ ਪ੍ਰਗਟ ਹੋ ਗਈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵੇਖ ਫਿਰ ਦੁਆਲੇ ਤੇਰੇ ਦੀਵੇ ਜਗਦੇ, ਜੋ ਤਿਸ ਭਾਵੈ ਸੋ ਆਰਤੀ ਹੋਏ। ਆ ਆਰਤੀ ਬਾਹਰੋਂ ਕੀਤੀ ਗਈ, ਦੀਵੇ ਜਗਾਏ ਗਏ, ਚਾਨਣ ਕੀਤਾ। ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਗਈ, ਹੁਣ ਉਹਨਾਂ ਦੇ ਵਿੱਚ ਨਿਰੰਤਰ ਇੱਕ ਰੋਸ਼ਨੀ ਜਗਦੀ ਹੈ, ਇੱਕ ਚਾਨਣ ਜਗਦਾ ਹੈ। ਉਹ ਸਦਾ ਉਸ ਚਾਨਣ ਵਿੱਚ ਰਹਿੰਦੇ ਨੇ, ਪਿਆਰ ਵਿੱਚ ਰਹਿੰਦੇ ਨੇ। ਇਸ ਤਰ੍ਹਾਂ ਜਿਨ੍ਹਾਂ ਨੇ ਖੋਜਿਆ, ਅੰਦਰੋਂ ਲੱਭਿਆ। ਮੈਂ ਗੱਲ ਕਰ ਰਿਹਾ ਸੀ, ਜਿੱਥੇ ਹੈ, ਜਿੰਨਾ ਚਿਰ ਮਨੁੱਖ ਦਾ ਹੱਥ ਉੱਥੇ ਨਹੀਂ ਪੈਂਦਾ, ਤੇ ਸਤਿਗੁਰੂ ਨੇ ਦੱਸਿਆ ਤੇਰਾ ਪਰਮਾਤਮਾ ਤੇਰੇ ਸਰੀਰ ਵਿੱਚ ਹੈ ਤੇ ਤੇਰੇ ਗੁਰੂ ਦੇ ਸ਼ਬਦ ਵਿੱਚ ਹੈ। ਦੋਵਾਂ ਨੂੰ ਇਕੱਠਾ ਕਰ ਦੇ, ਸਰੀਰ ਦੇ ਉੱਤੇ ਸ਼ਬਦ ਟਿਕਾ ਦੇ, ਦੋਵਾਂ ਨੂੰ ਇੱਕ ਥਾਂ ਤੇ ਕਰ। ਜਿੱਥੇ ਪਰਮਾਤਮਾ ਦਾ ਨਾਮ, ਗੁਰੂ ਕੀ ਬਾਣੀ, ਗੁਰੂ ਕੀ ਮੱਤ, ਤੇ ਬੰਦੇ ਦਾ ਸਰੀਰ ਇਕੱਠਾ ਹੋ ਜਾਏਗਾ। ਉਸ ਥਾਂ ਤੇ ਇਉਂ ਕਹੀਏ ਜਿਵੇਂ ਧਰਤੀ ਤੇ ਬੀਜ ਇਕੱਠਾ ਹੋ ਗਿਆ, ਹੁਣ ਉੱਗਣ ਦੀ ਸੰਭਾਵਨਾ ਬਣ ਗਈ ਹੈ। ਬੀਜ ਦੇ ਢੇਰ ਲੱਗੇ ਰਹਿਣ, ਜ਼ਮੀਨ ਦੇ ਵਿੱਚ ਪਾਏ ਨਾ, ਆਕਾਸ਼ ਵਿੱਚ ਥੋੜੀ ਬੀਜ ਨੇ ਉੱਗਣਾ, ਗਿਆਨ ਨੇ ਸਪੀਕਰਾਂ ਵਿੱਚ ਥੋੜੀ ਉੱਗਣਾ ਇਕੱਲੇ ਨੇ। ਬਾਣੀ ਕੱਲੀ ਰਿਕਾਰਡਿੰਗ ਵਿੱਚ ਰਵੇ, ਆਵਾਜ਼ਾਂ ਵਿੱਚ ਚੱਲਦੀ ਰਹੇ, ਸ਼ਿੰਗਾਰ ਬਣੇ ਰਹਿਣ, ਠਾਠਾ ਬਾਗਾ ਚੱਲਦਾ ਰਹੇ। ਬੇਨਤੀ ਕਰਾਂ, ਚੰਗੀ ਗੱਲ ਹੈ, ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਉਦਣ ਹੋਣੀ ਹੈ ਜਿੱਦਣ ਇਹ ਜਿਹੜੇ ਗਿਆਨ ਕਥੇ ਜਾਂਦੇ ਨੇ, ਬੋਲੇ ਜਾਂਦੇ ਨੇ, ਸੁਣਾਏ ਜਾਂਦੇ ਨੇ, ਤੇ ਮੀਡੀਏ ਰਾਹੀਂ ਹੋਰ ਤਰੀਕੇ ਨਾਲ
ਜਿੱਦਣ ਬੰਦੇ ਦੇ ਹਿਰਦੇ ਵਿੱਚ ਜਾਣਗੇ ਧਰਮ ਉਦਣ ਉੱਗੇਗਾ। ਉਹਦੇ ਤੋਂ ਪਹਿਲਾਂ ਤੇ ਬੀਜ ਵਾਲੀ ਮੰਡੀ ਹੁੰਦੀ ਹੈ, ਤੁਸੀਂ ਵੇਖੀ ਹੋਵੇਗੀ। ਬੀਜ ਵਾਲੀਆਂ ਦੁਕਾਨਾਂ ਨੇ, ਉੱਥੇ ਬੜੀ ਤਰ੍ਹਾਂ ਦੇ ਬੀਜ ਨੇ, ਜਿਹੜਾ ਮਰਜ਼ੀ ਵੇਖੋ, ਜਿਹੜਾ ਮਰਜ਼ੀ ਖਰੀਦੋ। ਜਿੱਦਣ ਉੱਥੋਂ ਖਰੀਦ ਕੇ ਕੋਈ ਜ਼ਿਮੀਂਦਾਰ ਜ਼ਮੀਨ ਦੇ ਵਿੱਚ ਲੈ ਕੇ ਜਾਂਦਾ ਹੈ, ਉਦਣ ਉਸ ਇੱਕ ਬੀਜ ਦੇ ਕਈ ਬੀਜ ਬਣਦੇ ਨੇ, ਉਦਣ ਧਰਮ ਵੱਧ ਜਾਂਦਾ ਹੈ, ਪ੍ਰਫੁੱਲਿਤ ਹੁੰਦਾ ਹੈ। ਤਾਂ ਬੇਨਤੀ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਵੀ ਇੱਕ ਸ਼ਬਦ ਇਸੇ ਤਰ੍ਹਾਂ ਕਹਿੰਦੇ, ਤੂੰ ਆਪਣਾ ਜੀਵਨ ਅਕਾਰਤ ਵਿਅਰਥ ਹੀ ਗਵਾ ਲਿਆ। ਸਾਹਿਬ ਦੇ ਬਚਨ ਨੇ, ਇਹ ਬਾਣੀ ਜਿਹਦੇ 57 ਸ਼ਲੋਕ ਨੇ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸ਼ਲੋਕ ਮਹੱਲਾ ਨਾਵਾਂ ਦੇ ਸਿਰਲੇਖ ਦੇ ਅਧੀਨ ਇਹ ਬਚਨ ਕਰ ਰਹੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਇੱਕ ਇੱਕ ਸ਼ਬਦ ਨੂੰ ਥੋੜੇ ਮਿੰਟਾਂ ਵਿੱਚ ਸਮਝੀਏ। ਕਹਿੰਦੇ ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ, ਆਪਣੇ ਮਨ ਨੂੰ ਕਹਿ ਰਹੇ ਨੇ, ਕਿਉਂਕਿ ਅੱਗੇ ਜਾ ਕੇ ਹਰ ਇੱਕ ਸ਼ਬਦ ਵਿੱਚ ਇੱਕ ਤੁਕ ਵਰਤੀ ਜਾਏਗੀ ਕਿ ਕਹੋ ਨਾਨਕ ਹਰ ਭਜ ਮਨਾ। ਕਿਹਨੂੰ ਸੰਬੋਧਨ ਕਰ ਰਹੇ ਨੇ? ਮਨ ਨੂੰ ਕਹਿ ਰਹੇ ਨੇ, ਹੇ ਮੇਰੇ ਮਨ, ਤੂੰ ਇਸ ਜੀਵਨ ਵਿੱਚ ਆ ਕੇ ਪਰਮਾਤਮਾ ਦੇ ਗੁਣ ਨਹੀਂ ਗਾਏ, ਉਹਨੂੰ ਯਾਦ ਨਹੀਂ ਕੀਤਾ, ਉਹਦਾ ਨਾਮ ਨਹੀਂ ਜਪਿਆ। ਤੇ ਫਿਰ ਕਿਸੇ ਨੇ ਪੁੱਛਿਆ, ਮਹਾਰਾਜ ਜੇ ਨਾਮ ਨਾ ਜਪਿਆ ਫਿਰ ਕੀ ਕਮੀ ਹੋਵੇਗੀ ਜੀਵਨ ਵਿੱਚ, ਕੀ ਗਵਾਚ ਜਾਏਗਾ, ਕੀ ਨਹੀਂ ਮਿਲੇਗਾ? ਕਹਿਣ ਲੱਗੇ, ਜਨਮ ਅਕਾਰਥ ਕੀਨ। ਜਿਉਂ-ਜਿਉਂ ਤੂੰ ਜਨਮ ਦੇ ਐਂਡ ਤੇ ਆਵੇਂਗਾ ਨਾ, ਪਹਿਲਾਂ ਤੇ ਬਚਪਨ ਸੀ, ਉਹਦੇ ਵਿੱਚ ਤੇ ਪਤਾ ਹੀ ਨਹੀਂ ਸੀ ਵੀ ਕਰਨਾ ਕੀ ਹੈ। 12 ਬਰਖ ਬਾਲਪਨ ਬੀਤੇ, ਲੰਘ ਗਏ ਬਚਪਨ, ਸਾਰਾ ਇਸੇ ਤਰ੍ਹਾਂ ਹੀ। ਤੇ ਅਗਲੇ ਜਿਹੜੇ 12 ਤੋਂ ਅੱਗੇ 20 ਸਨ, 20 ਬਰਖ ਕਛ ਤਪ ਨਾ ਕੀਓ। 12 ਤੋਂ 20 32 ਬਣਦੇ ਨੇ, 32 ਸਾਲ ਦੀ ਉਮਰ ਤੱਕ ਜਵਾਨੀ ਸੀ, ਉਹਦੇ ਵਿੱਚ ਵੀ ਤੂੰ ਜਾਗਿਆ ਨਹੀਂ ਹੈ, ਉਹਦੇ ਵਿੱਚ ਵੀ ਨਾਮ ਚੰਗਾ ਨਹੀਂ ਲੱਗਾ। ਤੇ ਉਹਦੇ ਤੋਂ ਅੱਗੇ 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ। ਫਿਰ ਅਗਲੇ 30 ਵਿੱਚ 32 ਤੋਂ ਅੱਗੇ 30 62 ਬਣਦੇ ਨੇ। ਦੇਵ ਦਾ ਇੱਥੇ ਅਰਥ ਹੈ ਪਰਮਾਤਮਾ। ਉਹਨਾਂ ਸਾਲਾਂ ਦੇ ਵਿੱਚ ਵੀ ਤੂੰ ਪਰਮਾਤਮਾ ਦੀ ਪੂਜਾ ਨਹੀਂ ਕੀਤੀ, ਪਰਮਾਤਮਾ ਦਾ ਨਾਮ ਨਹੀਂ ਜਪਿਆ। ਫਿਰ ਪਛਤਾਨਾ ਬਿਰਧ ਭਇਓ। ਕਿਉਂ ਪਛਤਾਉਂਦਾ ਮਨੁੱਖ? ਜਿਹੜਾ ਕੰਮ ਕਰੀਏ ਨਾ, ਅਕਾਰਤ ਦਾ ਮਤਲਬ ਹੈ ਮਿਹਨਤ ਵੀ ਕੀਤੀ ਤੇ ਜਿੱਦਣ ਐਂਡ ਆਇਆ ਉਹਦਾ ਵਟਿਆ ਕੁਝ ਨਹੀਂ ਗਿਆ। ਅਕਾਰਤ ਦੇ ਅਰਥ ਕੀ ਨੇ? ਵਿਅਰਥ। ਇਹ ਨਹੀਂ ਵੀ ਉਹਨੂੰ ਕੀਤਾ ਨਹੀਂ, ਕੀਤਾ ਸਾਰਾ ਹੈ। ਜਿਵੇਂ ਇੱਕ ਜ਼ਿਮੀਂਦਾਰ ਫਸਲ ਬੀਜੇ ਤੇ ਫਸਲ ਦੀ ਰਖਵਾਲੀ ਕਰਦਾ ਰਹੇ, ਖਰਚਾ ਵੀ ਕਰੇ, ਮਿਹਨਤ ਵੀ ਕਰੇ, 4-6 ਮਹੀਨੇ ਲਾਏ ਵੀ, ਤੇ ਤਿਆਰ ਕਰਕੇ ਤੇ ਉਹਨੂੰ ਲੱਦ ਕੇ ਮੰਡੀ ਵਿੱਚ ਲੈ ਕੇ ਜਾਏ ਨਾ, ਤੇ ਉੱਥੇ ਖਰੀਦਣ ਵਾਲਾ ਜਦੋਂ ਗ੍ਰਾਹਕ ਆਵੇ, ਉਹ ਹੱਥ ਵਿੱਚ ਫੜ ਕੇ ਕਹਿ ਦੇ ਵੀ ਤੇਰੀ ਫਸਲ ਦੇ ਵਿੱਚ ਕੋਈ ਦਾਣਾ ਹੀ ਨਹੀਂ ਖਰੀਦਣ ਵਾਲਾ, ਖਰਾਬ ਹੈ ਸਾਰਾ, ਅਸੀਂ ਨਹੀਂ ਖਰੀਦਣਾ ਇਹਨੂੰ, ਇਹਨੂੰ ਵਾਪਸ ਲੈ ਜਾ। ਇਹਦੇ ਵਿੱਚ ਨੁਕਸ ਹੈ, ਇਹਦੇ ਵਿੱਚ ਕਮੀ ਹੈ। ਉਸ ਜ਼ਿਮੀਂਦਾਰ ਦੇ ਮਨ ਤੇ ਕੀ ਵਾਪਰੇਗੀ ਜਿਹਨੇ 6 ਮਹੀਨੇ ਮਿਹਨਤ ਵੀ ਕੀਤੀ ਹੈ ਤੇ ਅਖੀਰ ਨੂੰ ਉਹਦੀ ਕਮਾਈ ਦੇ ਉੱਤੇ ਲੀਕ ਫਿਰ ਗਈ ਵੀ ਇਹਦੇ ਵਿੱਚ ਕੱਖ ਨਹੀਂ, ਵਾਪਸ ਲੈ ਜਾ, ਵਾਪਸ ਜਾਓ। ਇਹ ਨਹੀਂ ਇੱਥੇ ਵੇਖੇਗੀ। ਇਸੇ ਤਰ੍ਹਾਂ ਮਨੁੱਖ ਜਨਮ ਲੈਂਦਾ ਹੈ, ਸਾਰੀ ਉਮਰ ਜੋ ਕੁਝ ਕਰਦਾ ਹੈ ਸੰਸਾਰ ਵਿੱਚ, ਗੁਰੂ ਤੋਂ ਟੁੱਟ ਕੇ ਜੋ ਕੁਝ ਕਰਦਾ ਹੈ, ਅਖੀਰ ਨੂੰ ਉਹਦੀ ਇੱਕ ਫਸਲ ਬਣਦੀ ਹੈ। ਜਿਹੜੇ ਅਸੀਂ ਕਰਮ ਕਰਨੇ ਆ ਨਾ ਸਾਰੀ ਉਮਰ, ਸੂਖਸ਼ਮ ਅੰਦਰ ਇੱਕ ਦਾਣਾ ਬਣਦਾ, ਸਾਡੇ ਫਸਲ ਬਣੇਗੀ। ਤੇ ਜਦੋਂ ਉਸ ਫਸਲ ਨੂੰ ਚੁੱਕ ਕੇ ਮਨੁੱਖ ਪਰਮਾਤਮਾ ਦੇ ਘਰ ਜਾਂਦਾ ਹੈ ਵਾਪਸ, ਬੁਢੇਪੇ ਤੋਂ ਬਾਅਦ ਜਾਂ ਕਦੀ ਵੀ ਚਲਾ ਜਾਏ, ਜਦੋਂ ਮੌਤ ਉਸੇ ਨੂੰ ਕਹਿੰਦੇ ਵੀ ਹੁਣ ਇਹ ਜ਼ਿਮੀਂਦਾਰ ਦੀ ਫਸਲ ਦਾ ਹਿਸਾਬ ਹੋਣਾ ਵੀ ਇਹਨੇ ਸਾਰੀ ਜਿਹੜੀ ਉਮਰ ਹੈ ਉਹਦੇ ਵਿੱਚ ਕਿਹੜੀ ਫਸਲ ਬੀਜੀ ਸੀ ਤੇ ਕਿੰਨੇ ਕੁ ਦਾਣੇ ਨੇ।
ਜਦੋਂ ਵਾਪਸ ਲੈ ਕੇ ਉੱਥੇ ਗਿਆ ਤਾਂ ਉਸ ਵੇਲੇ ਜਦੋਂ ਉਸ ਫਸਲ ਨੂੰ ਧਰਮਰਾਜ ਨੇ ਆਪਣੇ ਹੱਥਾਂ ਵਿੱਚ ਲੈ ਕੇ ਵੇਖਿਆ, ਉਹਨੇ ਕਿਹਾ ਵੀ ਇਹਦੇ ਤੇ ਵਿੱਚ ਹੈ ਹੀ ਕੁਝ ਨਹੀਂ, ਜੋ ਕੁਝ ਤੂੰ ਕਰਦਾ ਰਿਹਾ ਇਹ ਕਰਮ ਇੱਥੇ ਲੇਖੇ ਵਿੱਚ ਇੱਕ ਵੀ ਨਹੀਂ ਪਿਆ। ਪਰਾਲੀ ਲੈ ਕੇ ਆ ਗਿਆ, ਦਾਣਾ ਤੇ ਇਹਦੇ ਵਿੱਚ ਹੈ ਹੀ ਨਹੀਂ, ਨਾਮ ਤੇ ਤੇਰੇ ਅੰਦਰ ਹੈ ਹੀ ਨਹੀਂ। ਫਿਰ ਉਹਨੂੰ ਕਹਿੰਦੇ ਨੇ ਜਾਓ ਵਾਪਸ ਲੈ ਜਾਓ ਉਸਨੂੰ, ਇੱਥੇ ਨਹੀਂ ਚੱਲਦਾ ਹੈ। ਮੈਂ ਬੇਨਤੀ ਕਰਾਂ ਸਾਧ ਸੰਗਤ, ਸੰਸਾਰ ਦੇ ਕੀਤੇ ਹੋਏ ਕਰਮ, ਸੰਸਾਰ ਦਾ ਧਨ ਤੇ ਉੱਥੇ ਚੱਲਦਾ ਨਹੀਂ। ਇਹ ਵੀ ਖਿਆਲ ਰੱਖਣਾ, ਧਰਮ ਦੇ ਵੀ ਬਹੁਤ ਫੀਸਦੀ ਐਸੇ ਕਰਮ ਅਸੀਂ ਕਰ ਰਹੇ ਹਾਂ ਜਿਹੜੇ ਅਗਲੇ ਪਾਸੇ ਕੋਈ ਵੀ ਨਹੀਂ ਚੱਲਦੇ। ਅਸੀਂ ਸੋਚਨੇ ਹਾਂ, ਸੋਚਦੇ ਤਾਂ ਵਾਂ ਕਿਉਂਕਿ ਸਾਨੂੰ ਭਰਮਾ ਦਿੱਤਾ ਜਾਂਦਾ ਹੈ, ਦੱਸ ਦਿੱਤਾ ਜਾਂਦਾ ਹੈ, ਉਹ ਚੱਲਦੇ ਨਹੀਂ ਉੱਥੇ। ਉਸ ਥਾਂ ਤੇ ਸਿਰਫ ਚੱਲਦਾ ਨਾਮ, ਉਸ ਥਾਂ ਤੇ ਸਿਰਫ ਚੱਲਦੀ ਬੰਦਗੀ। ਔਰ ਇਹ ਵੀ ਖਿਆਲ ਰੱਖਣਾ, ਨਾਮ ਸਿਰਫ ਬੋਲਣ ਤੇ ਸਮਾਪਤ ਨਹੀਂ ਹੁੰਦਾ। ਨਾਮ ਬੋਲਣਾ ਤਾਂ ਸਿਰਫ ਨਾਮ ਦੀ ਸ਼ੁਰੂਆਤ ਹੈ। ਨਾਮ ਹੈ ਮਨੁੱਖ ਦੇ ਮਨ ਦੀ ਮੌਤ ਕਰਨ ਵਾਲੀ ਇੱਕ ਵਿਧੀ। ਨਾਮ ਦੇ ਜੇ ਪੂਰੇ ਅਰਥ ਕੀਤੇ ਜਾਣ, ਮਨ ਨੂੰ ਮਾਰਨ ਵਾਲੀ ਇੱਕ ਬੜੀ ਜ਼ਬਰਦਸਤ ਦਵਾਈ ਜਿਹੜੀ ਮਨੁੱਖ ਦੇ ਮਨ ਨੂੰ ਮਾਰਦੀ ਹੈ, ਉਹਨੂੰ ਕਹਿੰਦੇ ਨੇ ਨਾਮ। ਮਨ ਤੇ ਮਰਿਆ ਨਹੀਂ, ਨਾਮ ਤੇ ਹੈ। ਮਨ ਤੇ ਹੋਰ ਪੱਥਰ, ਹੋਰ ਜਟਿਲ, ਸਟਰੋਂਗ ਹੋ ਗਿਆ। ਫਿਰ ਉਹ ਨਾਮ ਕਿਵੇਂ ਹੋਇਆ? ਨਾਮ ਦੇ ਤੇ ਅਰਥ ਸਨ ਜਿਨਨੇ ਮਨ ਨੂੰ ਪਾਣੀ ਕਰ ਦੇਣਾ ਸੀ, ਤੋੜ ਦੇਣੀਆਂ ਸਨ ਆਦਤਾਂ, ਖਤਮ ਕਰ ਦੇਣੀਆਂ ਸਨ, ਪਰ ਉਹ ਤੇ ਉੱਥੇ ਹੀ ਖੜੀਆਂ ਨੇ। ਇਸ ਲਈ ਉਹ ਨਾਮ ਨਹੀਂ ਹੈ, ਖਿਆਲ ਰੱਖਣਾ। ਉਹ ਦਿਵ ਦ੍ਰਿਸ਼ਟੀ ਵੀ ਨਹੀਂ ਹੈ। ਉਹ ਸਾਡੇ ਆਪਣੇ ਭਰਮ ਬਣੇ ਹੋਏ ਨੇ। ਇਸ ਕਰਕੇ ਜਿਹਦੇ ਕੋਲ ਨਾਮ ਹੈ, ਨਾਮ ਦੇ ਅਰਥ ਨੇ ਸੁਭਾਅ ਰੱਬ ਵਰਗਾ ਹੋ ਜਾਣਾ, ਜਿਵੇਂ ਦਾ ਪਰਮਾਤਮਾ ਦਾ ਸੁਭਾਅ ਹੈ। ਉਹ ਪ੍ਰਵਾਨ ਹੋ ਗਏ। ਉਹਨਾਂ ਨੂੰ ਉਸ ਘਰ ਦੇ ਵਿੱਚ ਥਾਂ ਮਿਲੀ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਸੀ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਹੇ ਮੇਰੇ ਮਨ ਤੂੰ ਗੋਬਿੰਦ ਦੇ, ਗੋ ਦਾ ਅਰਥ ਹੈ ਧਰਤੀ, ਬਿੰਦ ਦੇ ਅਰਥ ਨੇ ਜਾਣਨ ਵਾਲਾ, ਵਾਹਿਗੁਰੂ ਦੇ ਗੁਣ, ਗੁਣ ਦਾ ਅਰਥ ਇੱਥੇ ਹੈ ਉਪਕਾਰ। ਜਿਹੜੇ ਉਹਨੇ ਸਾਡੇ ਤੇ ਉਪਕਾਰ ਕੀਤੇ ਨੇ ਉਹਨਾਂ ਨੂੰ ਕਦੀ ਵੀ ਗਾਇਆ ਨਹੀਂ। ਜਨਮ ਇਹ ਬਹੁਤ ਕੀਮਤੀ ਜਨਮ ਅਕਾਰਥ ਚਲਾ ਗਿਆ, ਵਿਅਰਥ ਚਲਾ ਗਿਆ। ਅਕਾਰਥ ਕੀਨ ਸਿੱਖ ਪੁੱਛਦਾ, ਮਹਾਰਾਜ ਕੀ ਕਰੀਏ ਫਿਰ ਇਸ ਜਨਮ ਵਿੱਚ? ਤਾਂ ਸਾਹਿਬ ਜਵਾਬ ਦਿੰਦੇ, ਕਹਿੰਦੇ ਕਹੋ ਨਾਨਕ ਹਰ ਭਜ ਮਨਾ। ਬਸ ਇਹ ਹੈ ਕੰਮ। ਜੇ ਤੂੰ ਇਸ ਜੀਵਨ ਨੂੰ ਸਕਾਰਥ ਕਰਨਾ ਹੈ, ਇਸ ਜੀਵਨ ਨੂੰ ਸ਼ੁਭ ਕਰਨਾ ਹੈ, ਇੱਕੋ ਹੀ ਹੈ ਰਸਤਾ ਕਿ ਤੂੰ ਵਾਹਿਗੁਰੂ ਨੂੰ ਭਜ। ਕਈ ਸ਼ਬਦ ਨੇ, ਜਪਣਾ, ਬੋਲਣਾ, ਭਜਨ ਕਰਨਾ, ਸਿਮਰਨ ਕਰਨਾ, ਭਗਤੀ ਕਰਨੀ, ਇਹ ਸਾਰੇ ਹੀ ਇੱਕੋ ਚੀਜ਼ ਦੇ ਵੱਖਰੇ ਵੱਖਰੀਆਂ ਅਵਸਥਾਵਾਂ ਦੇ ਨਾਮ ਨੇ। ਭਜਨ ਦਾ ਅਰਥ ਹੈ ਜਦੋਂ ਨਾਮ, ਜਦੋਂ ਜਪ ਥੋੜਾ ਥੋੜਾ ਭਾਵਨਾ ਵਿੱਚ ਬਦਲਣ ਲੱਗ ਪੈਂਦਾ, ਉਦੋਂ ਭਜਨ ਬਣ ਜਾਂਦਾ ਹੈ। ਆਪਾਂ ਕਹਿੰਦੇ ਭਜਨ ਬੰਦਗੀ। ਹੇ ਮੇਰੇ ਮਨ, ਸਾਹਿਬ ਕਹਿੰਦੇ ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ, ਇਸੇ ਤਰ੍ਹਾਂ ਤੇਰਾ ਰੱਬ ਤੇਰੇ ਆਲੇ ਦੁਆਲੇ ਹੀ ਹੈ। ਪਰ ਜਦੋਂ ਤੂੰ ਨਾਮ ਜਪੇਗਾ, ਤੇਰੇ ਵਿੱਚ ਇੱਕ ਸੁੱਤੀ ਹੋਈ ਸੁਰਤ ਜਿਹੜੀ ਜਾਗੇਗੀ ਤੇ ਉਹਨੂੰ ਮਹਿਸੂਸ ਕਰੇਗੀ, ਪਤਾ ਲੱਗੇਗਾ। ਫਿਰ ਆਦਮੀ ਕਹੇਗਾ ਵੀ ਕੋਲ ਹੀ ਸੀ ਉਹ, ਤੇ ਐਵੇਂ ਗਵਾ ਦਿੱਤਾ ਇੰਨਾ ਵਕਤ। ਪਰ ਜਦੋਂ ਇਹ ਕਿਹਾ ਸਤਿਗੁਰੂ ਨੇ, ਫਿਰ ਕਿਸੇ ਨੇ ਫਿਰ ਪੁੱਛਿਆ ਕਿ ਮਹਾਰਾਜ ਮੇਰਾ ਮਨ ਨਹੀਂ ਇਹਦੇ ਵਿੱਚ ਟਿਕਦਾ, ਜੋ ਕੋਈ ਤੁਸੀਂ ਕਹਿ ਰਹੇ ਹੋ, ਇਹਦੇ ਕੀ ਕਾਰਨ ਨੇ? ਸੁਣ ਲਈਦਾ, ਪੜ੍ਹ ਲਈਦਾ, ਬੋਲ ਦਈਦਾ, ਅੰਦਰਲਾ ਡੂੰਘਾ ਥਾਂ ਇਹ ਕਰਨ ਲਈ ਤਿਆਰ ਨਹੀਂ। ਇਹਦੇ ਕੀ ਕਾਰਨ ਨੇ? ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਤੂੰ ਕਹਿੰਦਾ ਮਨ ਜੁੜੇ, ਵਿਕਾਰਾਂ ਦੇ ਵਿੱਚ ਤੂੰ ਰੁੱਝਿਆ ਹੋਇਆ, ਰਚਿਆ ਤੇਰਾ ਮਨ। ਇਸ ਕਰਕੇ
ਇਹ ਸਾਰੇ ਹੀ ਬਚਨ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ। ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ, ਵਿਚਾਰਾਂ ਨੂੰ ਸੰਕੋਚੀਏ। ਸਾਰੇ ਹੀ ਪਿਆਰ ਸਹਿਤ ਆਪ ਜੀ ਨੇ ਉਚਾਰਨਾ ਹੈ। ਵਾਹਿਗੁਰੂ 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 ਵਾਹਿਗੁਰੂ।